ਗੌਂ ਗਰਜਾਂ ਦੀ ਖਾਤਰ ਯਾਰੋ ਆਪਾਂ ਸੀਸ ਝੁਕਾਇਆ ਨਹੀਂ ਓ। ਗੌਂ ਗਰਜਾਂ ਦੀ ਖਾਤਰ ਯਾਰੋ ਆਪਾਂ ਸੀਸ ਝੁਕਾਇਆ ਨਹੀਂ ਓ। ਲੋਕੀ ਕਹਿੰਦੇ ਉਮਰ ਗਵਾ ਲਈ ਇਸ ਨੂੰ ਜੀਣਾ ਆਇਆ ਨਹੀਂ ਓ। ਮਨ ਮਸਤਕ ਦੀ ਜੋਤ ਜਗੇ ਤਾਂ ਫਿਰ ਹੀ ਚਾਨਣ ਹੋ ਸਕਦਾ ਹੈ। ਮਨ ਮਸਤਕ ਦੀ ਜੋਤ ਜਗੇ ਤਾਂ ਫਿਰ ਹੀ ਚਾਨਣ ਹੋ ਸਕਦਾ ਹੈ। ਕਬਰਾਂ ਉੱਤੇ ਦੀਪ ਜਗਾ ਕੇ ਰਾਹ ਜਾਂਦਾ ਰੁਸ਼ਨਾਇਆ ਨਹੀਂ ਓ। ਕਬਰਾਂ ਉੱਤੇ ਦੀਪ ਜਗਾ ਕੇ ਰਾਹ ਜਾਂਦਾ ਰੁਸ਼ਨਾਇਆ ਨਹੀਂ ਓ। ਨਕਲੀ ਹੱਸਣ ਤੋਂ ਚੰਗਾ ਸੀ ਜੇ ਅਸਲੀ ਵਿੱਚ ਰੋ ਪੈਂਦਾ। ਜਾ ਜੀ, ਨਕਲੀ ਹੱਸਣ ਤੋਂ ਚੰਗਾ ਸੀ ਜੇ ਅਸਲੀ ਵਿੱਚ ਰੋ ਪੈਂਦਾ। ਪੜ੍ਹ ਲੈਂਦੇ ਨੇ ਚਿਹਰਾ ਲੋਕੀ ਜਾਂਦਾ ਦਰਦ ਛਪਾਇਆ ਨਹੀਂ ਓ। ਸ਼ੁਕਰੀਆ ਜੀ। ਪੜ੍ਹ ਲੈਂਦੇ ਨੇ ਚਿਹਰਾ ਲੋਕੀ ਜਾਂਦਾ ਦਰਦ ਛਪਾਇਆ ਨਹੀਂ ਓ। ਮਾਂ ਜਾਏ ਭਾਈ ਤੋਂ ਵੱਧ ਕੇ ਮੇਰਾ ਭਾਈ ਹੋ ਸਕਦਾ ਹੈ। ਮਾਂ ਜਾਏ ਭਾਈ ਤੋਂ ਵੱਧ ਕੇ ਮੇਰਾ ਭਾਈ ਹੋ ਸਕਦਾ ਹੈ। ਕੀ ਹੋਇਆ ਜੇ ਰਾਮੂ ਭਈਆ ਮਾਂ ਦੇ ਪੇਟੋਂ ਜਾਇਆ ਨਹੀਂ ਓ। ਸ਼ੁਕਰੀਆ। ਕੀ ਹੋਇਆ ਜੇ ਰਾਮੂ ਭਈਆ ਮਾਂ ਦੇ ਪੇਟੋਂ ਜਾਇਆ ਨਹੀਂ ਓ। ਖੁੰਝ ਗਿਆ ਇੱਕ ਵਾਰੀ ਮੌਕਾ ਫਿਰ ਤੈਨੂੰ ਪਛਤਾਉਣਾ ਪੈਣਾ। ਖੁੰਝ ਗਿਆ ਇੱਕ ਵਾਰੀ ਮੌਕਾ ਫਿਰ ਤੈਨੂੰ ਪਛਤਾਉਣਾ ਪੈਣਾ। ਫੇਰ ਨਾ ਆਖੀ ਰੂਹ ਸੋਹਣੀ ਨੂੰ ਲੁੱਡਣ ਯਾਰ ਥਿਆਇਆ ਨਹੀਂ ਓ। ਫੇਰ ਨਾ ਆਖੀ ਰੂਹ ਸੋਹਣੀ ਨੂੰ ਲੁੱਡਣ ਯਾਰ ਥਿਆਇਆ ਨਹੀਂ ਓ। ਸੋ ਸ਼ੁਕਰੀਆ, ਧੰਨਵਾਦ ਜੀ। ਡੋਰ ਜੇ ਕੱਟਣੀ ਸੀ ਤੇ ਐਡੀ ਪੰਡ ਪ੍ਰੇਮ ਦੀ ਚੁੱਕਦਾ ਨਾ ਹੋ। ਪਿਆਰੇ ਯਾਰ ਨੂੰ ਪਹਿਲਾਂ ਜਵਾਬ ਦਿੰਦੀ ਨੀ ਐਨਾ ਲਹੂ ਸਰੀਰ ਚੋਂ ਸੁੱਕਦਾ ਨਾ। ਉਹ ਅੱਖ ਮਿਲੇ ਤਾਂ ਨੀਵੀਂ ਪਾਵੇਂ ਨੀ ਤੀਰੇ ਮੱਥੇ ਵੱਟ ਚੜਾਵੇਂ। ਹੋ ਚੁੰਨੀ ਸਾਂਭੇ ਪਾਸਾ ਵੱਟਦੀ ਨੀ ਰਾਹ ਜਾਂਦੀ ਰਾਹ ਉਲਟਾ ਜਾਵੇਂ। ਹੋ ਮਾਰ ਮਰੋੜਾ ਕੋਲ ਦੀ ਲੰਘਦੀ, ਮਾਰ ਮਰੋੜਾ ਕੋਲ ਦੀ ਲੰਘਦੀ ਧਰਤੀ ਉੱਤੇ ਪਾਰ ਨਹੀਂ ਆਉਂਦਾ। ਇੱਕ ਵਾਰੀ ਤਾਂ ਖੜ ਕੇ ਦੱਸ ਜਾ ਕਿਉਂ ਚੱਲੀਏ ਨੀ ਤੈਨੂੰ ਪਿਆਰ ਨਹੀਂ ਆਉਂਦਾ। ਕਿਹੜੀ ਗੱਲੋਂ ਨੀ ਤੈਨੂੰ ਪਿਆਰ ਨਹੀਂ ਆਉਂਦਾ। ਉਹ ਥੂ ਕਰਕੇ ਜਦ ਕੋਲ ਦੀ ਲੰਘਦੀ ਨੀ ਤੂੰ ਕਲੇ ਜੇ ਪੈ ਜਾਂਦੀ ਐ। ਪਿਆਰ ਵੀ ਆਉਂਦਾ ਹਰਖ ਵੀ ਚੜਦਾ ਮੇਰੀ ਜੀਭ ਹਿੱਲਣੋਂ ਰਹਿ ਜਾਂਦੀ ਐ। ਉਹ ਖੜਾ ਰਜਾਨਾ ਬਿੱਟ ਬਿੱਟ ਤੱਕਦਾ, ਖੜਾ ਰਜਾਨਾ ਬਿੱਟ ਬਿੱਟ ਤੱਕਦਾ ਦਿਲ ਨੂੰ ਚੈਨ ਕਰਾਰ ਨਹੀਂ ਆਉਂਦਾ। ਨੀ ਸੌਂਖਾ ਮੇਰੀ ਝੂਠ ਨਾ ਬੋਲੀ ਕਿਉਂ ਮੱਖਣੇ ਨੀ ਤੈਨੂੰ ਪਿਆਰ ਨਹੀਂ ਆਉਂਦਾ। ਕਿਹੜੀ ਗੱਲੋਂ ਨੀ ਤੈਨੂੰ ਪਿਆਰ ਨਹੀਂ ਆਉਂਦਾ। ਉਹ ਰੱਬ ਨੇ ਦੇ ਕੇ ਹੁਸਨ ਜਵਾਨੀ ਨੀ ਤੈਨੂੰ ਅਰਸ਼ੀ ਹੂਰ ਬਣਾਇਆ। ਰੱਬ ਨੇ ਦੇ ਕੇ ਹੁਸਨ ਜਵਾਨੀ ਨੀ ਤੈਨੂੰ ਅਰਸ਼ੀ ਹੂਰ ਬਣਾਇਆ। ਹੋ ਇੱਕ ਵਾਰੀ ਤਾਂ ਖੜ ਕੇ ਦੱਸ ਜਾ, ਇੱਕ ਵਾਰੀ ਤਾਂ ਖੜ ਕੇ ਦੱਸ ਜਾ ਕਿਉਂ ਤੈਨੂੰ ਪਿਆਰ ਨਹੀਂ ਆਉਂਦਾ। ਸੌਂਖਾ ਮੇਰੀ ਝੂਠ ਨਾ ਬੋਲੀ ਕਿਉਂ ਮੱਖਣੇ ਨੀ ਤੈਨੂੰ ਪਿਆਰ ਨਹੀਂ ਆਉਂਦਾ। ਕਿਹੜੀ ਗੱਲੋਂ ਨੀ ਤੈਨੂੰ ਪਿਆਰ ਨਹੀਂ ਆਉਂਦਾ। ਹੋ ਰੱਬ ਨੇ ਦੇ ਕੇ ਹੁਸਨ ਜਵਾਨੀ ਨੀ ਤੈਨੂੰ ਅਰਸ਼ੀ ਹੂਰ ਬਣਾਇਆ। ਰੱਬ ਨੇ ਦੇ ਕੇ ਹੁਸਨ ਜਵਾਨੀ ਰਾਂਝਾ ਨਾਲ ਹਟਕੋਰਿਆਂ ਕਹਿਣ ਲੱਗਾ। ਹੋ ਰਾਂਝਾ ਨਾਲ ਹਟਕੋਰਿਆਂ ਕਹਿਣ ਲੱਗਾ ਨੀ ਹੀਰੇ ਸਿੱਖ ਲੈ ਵੱਲ ਦਿਲਦਾਰੀਆਂ ਦੇ। ਤੱਤੇ ਤਵੇ ਤੇ ਪਾਣੀ ਦੀ ਛਿੱਟ ਵਾਂਗੂ ਉੱਡ ਜਾਂਦੇ ਨੇ ਇਸ਼ਕ ਕੁਵਾਰੀਆਂ ਦੇ। ਹੋ ਰੱਬ ਨੇ ਦੇ ਕੇ ਹੁਸਨ ਜਵਾਨੀ ਨੀ ਤੈਨੂੰ ਅਰਸ਼ ਹੂਰ ਬਣਾਇਆ। ਸੋਹਣੀ ਸ਼ਕਲ ਅਦਾ ਤੇ ਨਖਰੇ
ਉਹ ਦਿਲ ਵਿੱਚੋਂ ਮਗਰੂਰ ਬਣਾਇਆ। ਹੋ ਜਾਂ ਪੱਥਰ ਦਿਲ ਹੋ ਗਿਆ ਤੇਰਾ, ਜਾਂ ਪੱਥਰ ਦਿਲ ਹੋ ਗਿਆ ਤੇਰਾ, ਜਾਂ ਦਰਦੀ ਇਤਵਾਰ ਨਹੀਂ ਆਉਂਦਾ। ਨੀ ਸਹੁੰ ਖਾ ਮੇਰੀ ਝੂਠ ਨਾ ਬੋਲੀ, ਸਹੁੰ ਖਾ ਮੇਰੀ ਝੂਠ ਨਾ ਬੋਲੀ, ਕਿਉਂ ਮੱਖਣੇ ਨੀ ਤੈਨੂੰ ਪਿਆਰ ਨਹੀਂ ਆਉਂਦਾ। ਕਿਹੜੀ ਗੱਲੋਂ ਨੀ ਤੈਨੂੰ ਪਿਆਰ ਨਹੀਂ ਆਉਂਦਾ, ਕਿਹੜੀ ਗੱਲੋਂ ਨੀ ਤੈਨੂੰ ਪਿਆਰ ਨਹੀਂ ਆਉਂਦਾ। ਦਾਸ ਹੈ ਜੀ, ਜਦ ਨਾ ਸੁਣੀਦਾ ਦਾਸ ਦਾ, ਜਦ ਨਾ ਸੁਣੀਦਾ ਦਾਸ ਦਾ ਝਟਕਾ ਜਿਹਾ ਲੱਗਦਾ ਹੈ ਤੇ ਮਹਿਸੂਸ ਹੁੰਦਾ ਹੈ ਕੀਕਣ ਪੰਜਾ ਝੱਪ ਰਿਹਾ ਜਿਵੇਂ ਚਿੜੀਆਂ ਉੱਤੇ ਵੱਜਦਾ। ਖੂਨ ਸੁੱਕਣੇ ਪਾ ਦਿੰਦਾ ਹੈ, ਖੂਨ ਸੁੱਕਣੇ ਪਾ ਦਿੰਦਾ ਹੈ, ਕਰਜ਼ਾ ਸਿਰ ਚੜਾ ਦਿੰਦਾ ਹੈ, ਪਿਓ ਨੂੰ ਵਕਤ ਪਾ ਦਿੰਦਾ ਹੈ, ਮਾਂ ਦੇ ਹੋਸ਼ ਉਡਾ ਦਿੰਦਾ ਹੈ, ਰਿਸ਼ਤੇ ਨਾਤਿਆਂ ਨੂੰ ਲਾ ਕੇ ਤੀਲੀ ਪਲਾਂ ਦੇ ਵਿੱਚ ਜਲਾ ਦਿੰਦਾ ਹੈ। ਜਦ ਨਾ ਸੁਣੀਦਾ ਦਾਜ ਦਾ ਝਟਕਾ ਜਿਹਾ ਲੱਗਦਾ ਹੈ, ਮਹਿਸੂਸ ਹੁੰਦਾ ਹੈ ਕਿ ਪੰਜਾ ਝੱਪ ਰਿਹਾ ਜਿਵੇਂ ਚਿੜੀਆਂ ਉੱਤੇ ਵੱਜਦਾ। ਮਾਂ ਪਿਓ ਦੀ ਦੇਖ ਮਜਬੂਰੀ, ਮਾਂ ਪਿਓ ਦੀ ਦੇਖ ਮਜਬੂਰੀ ਭੈਣ ਭਰਾਵਾਂ ਦੀ ਵੀ ਦਿਮਾਗ ਤੇ ਬੋਝ ਪਾ ਦਿੰਦਾ ਹੈ, ਆਪਣੀ ਜ਼ਿੰਦਗੀ ਸੋਚਣ ਲਾ ਦਿੰਦਾ ਹੈ। ਜਦ ਨਾਮ ਸੁਣੀਦਾ ਦਾਜ ਦਾ, ਰੀਝਾਂ ਚਾਵਾਂ ਮਲਾਰਾਂ ਨਾਲ ਤੋਰੀ ਲਾਡਲੀ ਨੂੰ, ਰੀਝਾਂ ਚਾਵਾਂ ਮਲਾਰਾਂ ਨਾਲ ਤੋਰੀ ਲਾਡਲੀ ਨੂੰ ਵਕਤਾਂ ਦੇ ਵਿੱਚ ਪਾ ਦਿੰਦਾ ਹੈ। ਸਦਰਾਂ ਉਹਦੀਆਂ ਦਾ ਕਰਕੇ ਕਾਨ, ਸਦਰਾਂ ਉਹਦੀਆਂ ਦਾ ਕਰਕੇ ਕਾਨ ਚਟੀਆਂ ਕਰਾਹੇ ਪਾ ਦਿੰਦਾ ਹੈ। ਜਦ ਨਾਮ ਸੁਣੀਦਾ ਦਾਜ ਦਾ, ਦੁੱਧ ਮੱਖਣਾ ਨਾਲ ਪਾਲੀ ਜ਼ਿੰਦਗੀ ਨੂੰ, ਦੁੱਧ ਮੱਖਣਾ ਨਾਲ ਪਾਲੀ ਜ਼ਿੰਦਗੀ ਨੂੰ ਮੰਗ ਕੇ ਕਾਰ ਫਰਿੱਜ ਤੇ ਗਏ ਨੇ ਜਿਹੜੇ ਇੱਥੇ ਸਦਾ ਨਹੀਂ ਰਹਿਣੇ। ਇਨਸਾਨੀਅਤ ਦਾ ਹੈ ਕਤਲ ਕਰਕੇ, ਸਦਰਾਂ ਉਹਦੀਆਂ ਦਾ ਘਾਣ ਕਰਕੇ ਮਿੱਟੀ ਵਿੱਚ ਮਿਲਾ ਦਿੰਦਾ ਹੈ, ਸੇਜ ਉੱਤੋਂ ਚੁੱਕ ਕੇ ਉਹਨੂੰ ਸੂਲਾਂ ਉੱਤੇ ਪਾ ਦਿੰਦਾ ਹੈ। ਜਦ ਨਾ ਸੁਣੀਦਾ ਦਾਜ ਦਾ, ਦਾਜ ਦੇ ਲੋਭੀ ਰੱਖ ਕੇ ਸ਼ਰਤਾਂ, ਦਾਜ ਦੇ ਲੋਭੀ ਰੱਖ ਕੇ ਸ਼ਰਤਾਂ ਖੋਲ ਦਿੰਦਾ ਹੈ ਦਿਲ ਦੀਆਂ ਪਰਤਾਂ। ਦਾਜ ਦੇ ਲੋਭੀ ਰੱਖ ਕੇ ਸ਼ਰਤਾਂ ਖੋਲ ਦਿੰਦੇ ਨੇ ਦਿਲ ਦੀਆਂ ਪਰਤਾਂ। ਸ਼ਰਮ ਹਜਾ ਨੂੰ ਕਿੱਲੀ ਟੰਕੇ, ਸ਼ਰਮ ਹਜਾ ਨੂੰ ਕਿੱਲੀ ਟੰਕੇ ਬਣ ਜਾਂਦੇ ਘਰਨਾਂ ਦੇ ਪਾਤਰ। ਦੋਖਸ ਦੇ ਵਿੱਚ ਹਾਜ਼ਰੀ ਭਰ ਕੇ ਹਉਮੈ ਦੀ ਖਾਤਰ, ਹਉਮੈ ਦੀ ਖਾਤਰ ਜਦ ਨਾਮ ਸੁਣੀਦਾ ਦਾਜ ਦਾ। ਜਦ ਧੀ ਹੀ ਦੇ ਦਿੱਤੀ, ਜਦ ਧੀ ਹੀ ਦੇ ਦਿੱਤੀ ਆਪਣਾ ਸਰਮਾਇਆ, ਮਗਰ ਕੀ ਰੱਖਿਆ ਬਾਕੀ ਬਕਾਇਆ। ਚੰਦਰਾ ਦਾਜ ਅਜੇ ਵੀ ਬਾਜ ਨਹੀਂ ਆਇਆ। ਜਦ ਨਾਮ ਸੁਣੀਦਾ ਦਾਜ ਦਾ ਝਟਕਾ ਜਿਹਾ ਲੱਗਦਾ ਹੈ, ਇੰਝ ਮਹਿਸੂਸ ਹੁੰਦਾ ਹੈ ਜਿਵੇਂ ਪੰਜਾ ਝੱਪ ਰਿਹਾ ਚਿੜੀਆਂ ਉੱਤੇ ਬਾਜ। ਤਾਂ ਸੁਣਿਓ ਮੈਂ ਜਨਮੋਂ ਤਾਂ ਐਸਾ ਨਹੀਂ ਸਾਂ, ਕਿ ਸੁਣਿਓ ਮੈਂ ਜਨਮੋਂ ਤਾਂ ਐਸਾ ਨਹੀਂ ਸਾਂ, ਬਣਿਆ ਜੋ ਧਰਮੋਂ ਮੈਂ ਐਸਾ ਨਹੀਂ ਸਾਂ। ਮੈਨੂੰ ਜੋ ਜਿਸਨੇ ਵੀ ਚਾਹਿਆ ਬਣਾਇਆ, ਪਹਿਲਾਂ ਮੈਂ ਕਰਨੋਂ ਤਾਂ ਐਸਾ ਨਹੀਂ ਸਾਂ। ਹਾਲਾਤ ਹੈ। ਸੁਣਿਓ ਮੈਂ ਜਨਮੋਂ ਤਾਂ ਐਸਾ ਨਹੀਂ ਸਾਂ, ਬਣਿਆ ਜੋ ਧਰਮੋਂ, ਜਿਵੇਂ ਇਹਨਾਂ ਨੇ ਪਿੰਡਰਾਂ ਵਾਲੇ ਦੀ ਗੱਲ ਕੀਤੀ, ਭਗਤ ਸਿੰਘ ਦੀ ਗੱਲ ਕੀਤੀ, ਦੇਖੋ ਕਿਵੇਂ ਬਣਦਾ ਬੰਦਾ। ਬਣਿਆ ਜੋ ਧਰਮੋਂ ਮੈਂ ਐਸਾ ਨਹੀਂ ਸਾਂ, ਮੈਨੂੰ ਜੋ ਜਿਸਨੇ ਵੀ ਚਾਹਿਆ ਬਣਾਇਆ, ਪਹਿਲਾਂ ਮੈਂ ਕਰਮੋਂ ਤਾਂ ਐਸਾ ਨਹੀਂ ਸਾਂ। ਵੇਦਾਂ ਗ੍ਰੰਥਾਂ ਨੂੰ ਪੜ੍ਹ ਜੋ ਹਾਂ ਬਣਿਆ, ਛੱਡ ਦਿੰਦਾ ਪੜ੍ਹਨੋਂ ਤਾਂ ਐਸਾ ਨਹੀਂ ਸਾਂ। ਵੇਦਾਂ ਗ੍ਰੰਥਾਂ ਨੂੰ ਪੜ੍ਹ ਜੋ ਹਾਂ ਬਣਿਆ, ਮੈਂ ਛੱਡ ਦਿੰਦਾ ਪੜ੍ਹਨੋਂ ਤਾਂ ਐਸਾ ਨਹੀਂ ਸਾਂ। ਪਾਣੀਪਤ ਕੁਰਖੇਤਰ ਵੀ ਕੀਤਾ ਅਸੀਂ ਹੈ, ਪਾਣੀਪਤ ਕੁਰਖੇਤਰ ਵੀ ਕੀਤਾ ਅਸੀਂ ਹੈ। ਰੁਕ ਜਾਂਦੇ ਲੜਨੋਂ ਤਾਂ ਐਸਾ ਨਹੀਂ ਸਾਂ, ਜੇ ਰੁਕ ਜਾਂਦਾ ਲੜਨੋਂ ਤਾਂ ਐਸਾ ਨਹੀਂ ਸਾਂ। ਆਪਣੀ ਸੰਗ ਆਦਤ ਮੈਂ ਬਣਿਆ ਹਾਂ ਤਾਰਾ, ਆਪਣੀ ਸੰਗ ਆਦਤ ਮੈਂ ਬਣਿਆ ਹਾਂ ਤਾਰਾ, ਜੇ ਛੱਡ ਦਿੰਦਾ ਚੜ੍ਹਨੋਂ ਤਾਂ ਐਸਾ ਨਹੀਂ ਸਾਂ। ਪਾਣੀ ਹਾਂ ਬੇਸ਼ੱਕ ਪਰ ਬੁਜ਼ਦਿਲ ਨਹੀਂ ਹਾਂ, ਪਾਣੀ ਹਾਂ ਬੇਸ਼ੱਕ ਪਰ ਬੁਜ਼ਦਿਲ ਨਹੀਂ ਸਾਂ। ਜੇ ਮੁੜ ਜਾਂਦਾ ਹੜਨੋਂ ਤਾਂ ਐਸਾ ਨਹੀਂ ਸਾਂ। ਪੱਥਰਾਂ ਦੀ ਢੇਰੀਏ ਪਰਬਤ ਨਾ ਬਣਦੀ, ਪੱਥਰਾਂ ਦੀ ਢੇਰੀਏ
ਪਰਬਤ ਨਾ ਬੰਦੀ ਰਹਿ ਜਾਂਦਾ ਅੜਨੋਂ ਤਾਂ ਐਸਾ ਨਹੀਂ ਸਾਂ। ਪਰਵਾਨਾ ਤਾਈਓ ਤਾਂ ਕਹਿੰਦੇ ਨੇ ਸਾਰੇ, ਪਰਵਾਨਾ ਤਾਈਓ ਤਾਂ ਕਹਿੰਦੇ ਨੇ ਸਾਰੇ, ਜੇ ਲੁਕ ਜਾਂਦਾ ਸੜਨੋਂ ਤਾਂ ਐਸਾ ਨਹੀਂ ਸਾਂ। ਜੇ ਲੁਕ ਜਾਂਦਾ ਸੜਨੋਂ ਤਾਂ ਐਸਾ ਨਹੀਂ ਸਾਂ। ਸੁਕਰਾਤ, ਮਨਸੂਰ ਸਭ ਮਰ ਖਪਨੇ ਜਾਂਦੇ। ਸੁਕਰਾਤ, ਮਨਸੂਰ ਸਭ ਮਰ ਖਪਨੇ ਜਾਂਦੇ, ਡਰ ਜਾਂਦਾ ਮਰਨੋਂ ਤਾਂ ਐਸਾ ਨਹੀਂ ਸਾਂ। ਮਰਨੋਂ ਤਾਂ ਕਿਹਨੇ ਸੁਕਰਾਤ ਕਹਿਣਾ, ਜੇ ਡਰ ਜਾਂਦਾ ਮਰਨੋਂ ਤਾਂ ਐਸਾ ਨਹੀਂ ਸਾਂ। ਪੱਥਰ ਸਾਂ ਸ਼ਾਹਕਾਰ ਤੂੰ ਹੀ ਬਣਾਇਆ, ਅਧਿਆਪਕ ਦੀ ਗੱਲ ਹੈ। ਪੱਥਰ ਸਾਂ ਸ਼ਾਹਕਾਰ ਤੂੰ ਹੀ ਬਣਾਇਆ, ਜੇ ਛੱਡ ਦਿੰਦਾ ਘੜਨੋਂ ਤਾਂ ਐਸਾ ਨਹੀਂ ਸਾਂ। ਜੇ ਛੱਡ ਦਿੰਦਾ ਘੜਨੋਂ ਤਾਂ ਐਸਾ ਨਹੀਂ ਸਾਂ। ਥੈਂਕ ਯੂ, ਮਿਹਰਬਾਨੀ। ਅਸੀਂ ਖੁਸ਼ੀ ਦੇ ਮੌਕੇ ਦੇ ਉੱਤੇ ਹੀ ਖੁਸ਼ੀ ਦਾ ਉਹ ਕਰ ਰਹੇ ਹਾਂ, ਔਰ ਜਨਮ ਦਿਨ ਦੇ ਉੱਤੇ ਮੈਂ ਕਵਿਤਾ ਦੇ ਰੂਪ ਦੇ ਵਿੱਚ ਇਕਬਾਲ ਨੂੰ ਇੱਕ ਕੁਝ ਸ਼ੁਭ ਕਾਮਨਾਵਾਂ ਆਪਣੀ ਕਵਿਤਾ ਦੇ ਰੂਪ ਦੇ ਵਿੱਚ ਹੀ ਦੇਵਾਂਗਾ, ਕਿਉਂਕਿ ਸਾਹਿਤ ਸਭਾ ਦੀ ਮੀਟਿੰਗ ਹੈ। ਜਨਮ ਦਿਨ ਮੁਬਾਰਕ ਦੇ ਨਾਲ, ਜਨਮ ਦਿਨ ਮੁਬਾਰਕ ਦੇ ਨਾਲ ਸੁਚੇਤ ਜ਼ਿੰਦਗੀ ਜਿਉਣ ਦੀ ਵੀ ਮੁਬਾਰਕਬਾਦ ਦੇ ਦਿਆਂ। ਜਨਮ ਦਿਨ ਦੇ ਨਾਲ ਸੁਚੇਤ ਜ਼ਿੰਦਗੀ ਜਿਉਣ ਦੀ ਵੀ ਮੁਬਾਰਕਬਾਦ ਦੇ ਦਿਆਂ। ਮਰੀਆਂ ਆਤਮਾਵਾਂ ਵਿੱਚ ਜ਼ਿੰਦਗੀ ਜਿਉਣ ਦੀ ਜਗਿਆਸਾ ਭਰਨ ਲਈ ਜੋ ਤੂੰ ਉਪਰਾਲੇ ਕਰ ਰਿਹਾ, ਸੋਚਿਆ ਉਸ ਲਈ ਵੀ ਤੈਨੂੰ ਖੈਰ ਮਕਦਮ ਕਹਿ ਦਿਆਂ। ਸੋਚਿਆ ਉਸ ਲਈ ਵੀ ਤੈਨੂੰ ਖੈਰ ਮਕਦਮ ਕਹਿ ਦਿਆਂ। ਕਲਮੇ ਜ਼ੋਰ और ज़्यादा, कलम ए जोर और ज़्यादा, शुभ कामना मेरी शब्दां दी ज्योति जो तू प्रचंड कीती है, उस लिए भी सोचिया तैनू सलाम कह दियां। उस लिए भी सोचिया तैनू सलाम कह दियां। जदों तक माँ बोली जिउंदी, जदों तक माँ बोली जिउंदी रहे सलामत तेरी जिंदगी। जदों तक माँ बोली जिउंदी रहे सलामत तेरी जिंदगी। तेरे जन्मदिन दी तैनू मैं मुबारकबाद कह दियां, मैं मुबारकबाद कह दियां। युग युग जीवे छोटा वीर। इन्ने नाल मैं सारिਆਂ ਦਾ ਧੰਨਵਾਦ ਕਰਦਾ। ਤੇ ਛੋਟੇ ਵੀਰ ਲਈ ਦੋ ਸ਼ਬਦ ਮੈਨੇ ਜਨਮ ਦਿਨ ਦੇ ਲਈ ਲਿਖੇ ਸੀ, ਉਹ ਆਂਦੇ ਆਂਦੇ ਹੀ ਲਿਖੇ ਹੈ, ਤੇ ਉਹ ਮੈਂ ਕਿਹਾ ਵੀ ਵੀਰ ਦੇ ਲਈ ਕਹੂੰਗਾ ਮੈਂ ਜਾ ਕੇ। ਠੀਕ ਹੈ। ਪੂਰੀ ਮੈਂ ਸ਼ੌਕੀ ਨੂੰ ਕਿਹਾ ਕਿ ਮੈਂ ਤੇਰੇ ਤੇ ਲੇਖ ਲਿਖਣਾ। ਉਹਦੀ ਪ੍ਰਤੀਕਿਰਿਆ ਉਹੀ ਸੀ ਜਿਸ ਦਾ ਮੈਨੂੰ ਅੰਦਾਜ਼ਾ ਪਹਿਲਾਂ ਹੀ ਸੀ। ਉਹਨੂੰ ਇਸ ਵਿੱਚ ਕੋਈ ਦਿਲਚਸਪੀ ਨਹੀਂ ਸੀ, ਸਗੋਂ ਹੋਰ ਹੀ ਕੋਈ ਮੈਸੇਜ ਲੈ ਕੇ ਬਹਿ ਗਿਆ। ਕਹਿਣ ਲੱਗਿਆ, ਇਹਦਾ ਲੌਜਿਕ ਦੱਸ ਬਸ਼ਰ ਸਾਹਿਬ, ਜੇ ਤੂੰ ਇਹਦਾ ਲੌਜਿਕ ਦੱਸ ਦਿਓ ਨਾ, ਮੈਂ ਤੇਰੇ ਗੋਡਿਆਂ ਥੱਲੇ ਲੰਘ ਜੂਗਾ, ਜਾ। ਐਂ ਬੋਲਦਾ ਇਸ ਫਿਕਰੇ ਵਿੱਚ ਉਹ ਤੂੰ ਅਤੇ ਜਾ ਤੇ ਜ਼ਿਆਦਾ ਜ਼ੋਰ ਦਿੰਦਾ ਹੈ। ਤੂੰ ਤੇ ਜਾ, ਜਾ ਤੇ ਉਹ ਕੁਝ ਜ਼ਿਆਦਾ ਜ਼ੋਰ ਦਿੰਦਾ ਹੈ, ਤੇ ਫਿਰ ਉਹ ਜਾ ਇੱਕ ਮਿਹਨੇ ਦੀ ਤਰ੍ਹਾਂ ਹੋ ਜਾਂਦੀ ਹੈ ਜੋ ਤੁਹਾਨੂੰ ਚੰਗੀ ਵੀ ਲੱਗਦੀ ਹੈ। ਹੁਣ ਵੀ ਜੇ ਮੈਂ ਇਹ ਲੇਖ ਲਿਖਿਆ, ਉਹਨੇ ਪੜ੍ਹਿਆ ਵੀ, ਤਾਂ ਉਹਦੇ ਚਿਹਰੇ 'ਤੇ ਕੋਈ ਖਾਸ ਫਰਕ ਨਹੀਂ ਪੈਣਾ। ਹਾਂ, ਉਹ ਬਹੁਤ ਖੁਸ਼ ਹੋਣਾ, ਉਸਨੇ ਬਹੁਤ ਖੁਸ਼ ਹੋਣਾ ਸੀ ਜੇ ਮੈਂ ਉਸਨੂੰ ਇੱਕ ਫੇਸ ਦੇ ਬੈਰੀਅਰ ਤੋਂ ਕੁਆਟਰ ਲਿਆ ਕੇ ਪਿਆ ਦਿੰਦਾ। ਤਾਂ ਦਰਅਸਲ ਜ਼ਿੰਦਗੀ ਵਿੱਚ ਉਹ ਇੰਨਾ ਕੁ ਲੰਘ ਆਇਆ ਹੈ ਕਿ ਹੁਣ ਲੇਖ ਲਿਖਣ ਜਾਂ ਨਾ ਲਿਖਣ 'ਤੇ ਉਹਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਉਸ ਦਾ ਰੇਖਾ ਚਿੱਤਰ ਲਿਖਣ ਲੱਗਿਆ ਇੱਕ ਹੋਰ ਦੁਵਿਧਾ ਮੇਰੇ ਸਾਹਮਣੇ ਹੈ। ਆਮ ਤੌਰ 'ਤੇ ਆਪਣੀ ਰਚਨਾ ਦੇ ਅਖੀਰ ਵਿੱਚ ਮੈਂ ਸੰਵੇਦਨਾ ਦਾ ਹਲੂਣਾ ਦਿੰਦਾ ਹਾਂ, ਕੋਈ ਉਦਾਸ ਮਰਮ, ਕਿਸੇ ਡੂੰਘੇ ਦਰਦ ਦੀ ਗੱਲ। ਪਰ ਇਸ ਲੇਖ ਵਾਸਤੇ ਮੈਨੂੰ ਕੋਈ ਅਜਿਹੀ ਅਖੀਰ ਨਹੀਂ ਮਿਲ ਰਹੀ। ਇਸ ਦੇ ਬਾਵਜੂਦ ਨਹੀਂ ਮਿਲ ਰਹੀ ਕਿ ਮੈਂ ਜਾਣਦਾ ਹਾਂ ਸ਼ੌਕੀ ਜੋ ਬਹੁਤ ਗੱਲੜੀ ਹੈ, ਹੱਸਦਾ ਹੈ, ਉਸਦੇ ਅੰਦਰ ਕਿਤੇ ਦੁੱਖ ਹੈ। ਸੋਲ ਸਾਹਿਬ ਦੇਖਣਾ, ਆਪਣੇ ਗਮ ਨੂੰ ਹਾਸੇ 'ਚ ਉਡਾਉਣ ਵਾਲਾ ਸ਼ੌਕੀ ਤੋਂ ਵੱਡਾ ਕਲਾਕਾਰ ਮੈਂ ਹੋਰ ਕੋਈ ਨਹੀਂ ਦੇਖਿਆ। ਮੈਂ ਕਈ ਵਾਰ ਉਸਦੀ ਇਸ ਦੁੱਖ ਦੀ ਰਗ ਨੂੰ ਛੂਹਣ ਦੀ ਕੋਸ਼ਿਸ਼ ਕੀਤੀ, ਉਹ ਬੜੀ ਚਲਾਕੀ ਨਾਲ ਉਸ ਨੂੰ ਟਾਲ ਜਾਂਦਾ ਹੈ। ਉਹ 56 ਸੈਕਟਰ 'ਚ ਆਪਣੇ ਘਰ ਦੀ ਛੱਤ 'ਤੇ ਬਣੇ ਕਮਰੇ 'ਤੇ ਰਹਿੰਦਾ ਹੈ, ਜਿਸ ਦੀ ਛੱਤ ਟੀਨ ਦੀ ਬਣੀ ਹੋਈ ਹੈ। ਅੱਛਾ, ਇਮੈਜੀਨੇਟਡ ਨਹੀਂ ਹੈਗਾ, ਮੇਰੇ ਦੋਸਤ ਤਾਂ ਜਾਣਦੇ ਆ, ਇਹ ਅਸਲ 'ਚ ਹੀ ਉੱਥੇ ਰਹਿੰਦਾ ਸਾਡਾ ਦੋਸਤ। ਇਹਨੇ ਉਹ ਟੀਨ ਦੀ ਛੱਤ, ਇਹ ਨਹੀਂ ਕਿ ਉਹ ਟੀਨ ਦੀ ਛੱਤ ਨਹੀਂ ਬਦਲ ਸਕਦਾ, ਪਰ ਉਹ ਉਸੇ ਤਰ੍ਹਾਂ, ਉਸ ਨੂੰ ਉਸੇ ਤਰ੍ਹਾਂ ਰਹਿਣਾ ਪਸੰਦ ਹੈ।
ਸ਼ਾਦੀ ਉਸ ਦੀ ਸਫਲ ਨਹੀਂ ਹੋਈ, ਹੋ ਵੀ ਨਹੀਂ ਸਕਦੀ ਸੀ, ਕਿਉਂਕਿ ਉਸ ਦੇ ਅੰਦਰ ਇੱਕ ਭਟਕਣਾ ਹੈ, ਇੱਕ ਖਲਲ, ਜਿਸ ਨੂੰ ਜਦੋਂ ਤੁਸੀਂ ਸਮਝ ਨਹੀਂ ਸਕਦੇ ਤਾਂ ਕਮਲ ਵੀ ਕਹਿ ਦਿੰਦੇ ਹੋ। ਹਿੰਦੀ ਵਿੱਚ ਸ਼ਬਦ ਆਉਂਦਾ ਹੈ ਪਲਾਇਨ, ਪਲਾਇਨ ਭਾਵ ਭੱਜ ਜਾਣਾ। ਇਹ ਵੀ ਪਲਾਇਨਵਾਦੀ ਹੈ, ਰਸਮੀ ਜ਼ਿੰਦਗੀ ਤੋਂ ਵੀ ਤੇ ਰਸਮੀ ਕਦਰਾਂ ਕੀਮਤਾਂ ਤੋਂ ਵੀ। ਉਹ ਇਕੱਲਤਾ ਤੋਂ ਡਰਦਾ ਹੈ, ਪਰ ਫਿਰ ਵੀ ਰਹਿੰਦਾ ਇਕੱਲਾ ਹੀ ਹੈ। ਇਹ ਤਕਲੀਫ ਉਸਨੇ ਆਪ ਚੁਣੀ ਹੈ। ਚੰਡੀਗੜ੍ਹ ਦੇ ਸੰਗੀਤਕ ਖੇਤਰ ਵਿੱਚ ਲੋਕ ਉਸ ਨੂੰ ਸ਼ੋਕ ਹੁਸ਼ਿਆਰਪੁਰੀਆ ਦੇ ਨਾਂ 'ਤੇ ਘੱਟ ਜਾਣਦੇ ਹਨ, ਸ਼ੌਕੀ ਦੇ ਨਾਂ 'ਤੇ ਜ਼ਿਆਦਾ। ਉਹ ਢੋਲਕ ਵਜਾਉਂਦਾ ਹੈ। ਮੈਂ ਕਈ ਵਾਰ ਸੋਚਦਾ ਹਾਂ, ਜੇਕਰ ਉਹ ਢੋਲਕ ਨਾ ਵਜਾਉਂਦਾ ਹੁੰਦਾ ਤਾਂ ਕੀ ਹੁੰਦਾ। ਉਹ ਹਮੇਸ਼ਾ ਬਿਜੀ ਦਿਖਾਈ ਦਿੰਦਾ ਹੈ, ਕਦੇ ਕਿਸੇ ਕੋਲ, ਕਦੇ ਕਿਸੇ ਕੋਲ। ਜੇਕਰ ਉਸ ਕੋਲ ਢੋਲਕ ਦਾ ਸਾਥ ਨਾ ਹੁੰਦਾ ਤਾਂ ਬੜੀ ਮੁਸ਼ਕਿਲ ਹੋ ਜਾਂਦੀ। ਉਸ ਦੀ ਬੇਚੈਨੀ ਉਸ ਨੂੰ ਸਾਧੂ ਜਾਂ ਫਕੀਰ ਬਣਾ ਦਿੰਦੀ। ਜ਼ਰੂਰ ਹੀ ਕਿਸੇ ਧਾਰਮਿਕ ਸਥਾਨ ਵੱਲ ਚਲੇ ਜਾਂਦਾ। ਆਪਣੇ ਨਾਲ ਉਹ ਹੁਸ਼ਿਆਰਪੁਰੀਆ ਲਾਉਂਦਾ ਹੈ, ਪਰ ਅਸਲ 'ਚ ਉਹ ਬਲਾਚੌਰ ਦੇ ਲਾਗੇ ਦੇ ਪਿੰਡ ਦਾ ਹੈ। ਅਸ਼ੋਕ ਦੇ ਪਿਤਾ ਮਿਲਟਰੀ ਵਿੱਚ ਸੀ, ਚੰਡੀ ਮੰਦਰ ਵਿੱਚ ਡਿਊਟੀ ਸੀ। ਉਸ ਦਾ ਜਨਮ ਵੀ ਚੰਡੀਗੜ੍ਹ ਹੀ ਹੋਇਆ। ਅਸ਼ੋਕ ਹੁਣ 45 ਕੁ ਵਰ੍ਹਿਆਂ ਦਾ ਹੋਵੇਗਾ, ਪਰ ਤੁਸੀਂ ਮਿਲੋ, ਉਹਦੇ ਉੱਤੇ ਚੰਡੀਗੜ੍ਹ ਦਾ ਕੋਈ ਅਸਰ ਨਹੀਂ ਦਿਖਾਈ ਦੇਵੇਗਾ, ਨਾ ਉਹਦੀ ਬੋਲੀ ਵਿੱਚ, ਨਾ ਉਹਦੇ ਰਹਿਣ ਸਹਿਣ ਵਿੱਚ, ਨਾ ਉਹਦੀ ਆਤਮਾ 'ਚ। ਉਹ ਸੈਰ ਬਹੁਤ ਕਰਦਾ ਹੈ, ਉਸ ਤੋਂ ਵੀ ਵੱਧ ਸੈਰ ਕਰਦਾ, ਸੋਚਦਾ ਬਹੁਤ ਹੈ। ਮੈਨੂੰ ਪਤਾ ਹੈ, ਸੋਚਦਾ ਸੋਚਦਾ ਉਹ ਬਹੁਤ ਗਹਿਰੀਆਂ ਸੋਚਾਂ ਵਿੱਚ ਡੁੱਬ ਜਾਂਦਾ ਹੈ। ਆਪਣੇ ਬੁਢਾਪੇ ਬਾਰੇ ਸੋਚਦਾ ਹੈ, ਆਪਣੇ ਮਰਨ ਤੋਂ ਬਾਅਦ ਦੇ ਹਾਲਾਤਾਂ ਬਾਰੇ ਵੀ ਸੋਚਦਾ ਹੈ। ਇਸੇ ਦਰਮਿਆਨ ਹੀ ਜਦੋਂ ਤੁਸੀਂ ਉਸ ਕੋਲ ਪਹੁੰਚ ਗਏ ਤਾਂ ਉਹ ਆਪਣੀ ਸੈਰ ਵੀ ਮੁਲਤਵੀ ਕਰ ਦੇਵੇਗਾ ਤੇ ਸੋਚਾਂ ਨੂੰ ਵੀ। ਉਹ ਬਿਲਕੁਲ ਹਸਮੁਖ ਇਨਸਾਨ ਦੇ ਤੌਰ 'ਤੇ ਤੁਹਾਡੇ ਨਾਲ ਗੱਲ ਕਰੇਗਾ। ਹਾਂਜੀ ਭਾਜੀ, ਕਿਆ ਹਾਲ ਹੈ, ਚਲੋ ਅੱਜ ਪਹਾੜਾਂ ਨੂੰ ਚੱਲਦੇ ਹਾਂ। ਪੁਰੀ ਸਾਹਿਬ ਜਾਣਦੇ ਆ, ਇਹ ਬਿਲਕੁਲ ਸਹੀ ਗੱਲ ਹੈ। ਮਿਲਿਆ ਤੁਹਾਨੂੰ ਪੁਰੀ ਸਾਹਿਬ, ਇਹਨੂੰ ਮਿਲ ਕੇ ਆਏ ਬੰਦੇ ਨੂੰ। ਉਸਦੀ ਸ਼ਖਸੀਅਤ ਦਾ ਆਪਾ ਵਿਰੋਧ ਹੈ ਜੋ ਮੈਨੂੰ ਉਸ ਨਾਲ ਜੋੜੀ ਰੱਖਦਾ ਹੈ। ਇੱਕ ਦਿਲਚਸਪ ਖਿੱਚ, ਇੱਕ ਰਾਜ਼ ਜੋ ਤੁਹਾਡੇ ਸਾਹਮਣੇ ਹੈ ਪਰ ਤੁਸੀਂ ਜਾਣ ਨਹੀਂ ਸਕਦੇ। ਮੈਨੂੰ ਠੀਕ ਯਾਦ ਨਹੀਂ ਉਹਦੇ ਨਾਲ ਪਹਿਲੀ ਮੁਲਾਕਾਤ ਕਿੱਥੇ ਹੋਈ ਸੀ। ਸ਼ਾਇਦ ਮੇਰੇ ਭਰਾ ਬਾਬੂ ਚੰਡੀਗੜ੍ਹੀਏ ਦੀ ਰੈਸਲ 'ਤੇ ਆਇਆ ਹੋਣਾ, ਜਾਂ ਬਲਦੇਵ ਕਾਕੜੀ ਨਾਲ। ਉਹ ਬੜੇ ਸਾਲ ਬਾਬੂ ਨਾਲ ਸੈਕਟਰੀ ਵੀ ਰਿਹਾ ਤੇ ਢੋਲਕ ਮਾਸਟਰ ਵੀ। ਬਾਬੂ ਨਾਲ ਅੱਜ ਵੀ ਉਸਦੀ ਇੱਕ ਤਰਫਾ ਮੁਹੱਬਤ ਹੈ। ਜਦੋਂ ਗੱਲ ਕਰੇਗਾ ਹਰ ਗੱਲ ਵਿੱਚ ਬਾਬੂ ਦਾ ਜ਼ਿਕਰ। ਬਾਬੂ ਮਸਰੂਫ ਹੈ, ਮੇਰਾ ਭਰਾ, ਨਾਲੇ ਮੈਂ ਉਹਦੀ ਗੱਲ ਕਰ ਰਿਹਾ। ਬਾਬੂ ਮਸਰੂਫ ਹੈ ਤੇ ਸ਼ਾਇਦ ਉਹ ਸ਼ੌਕੀ ਦੀ ਇਸ ਨਿਸਬਤ ਨੂੰ ਨਹੀਂ ਜਾਣਦਾ। ਕਿਸੇ ਨਾਲ ਰਾਬਤਾ ਬਣਾਉਣ ਦਾ ਉਹਦਾ ਆਪਣਾ ਬੇਬਾਕ ਢੰਗ ਹੈ। ਪਿਛਲੇ 2.5 ਦਹਾਕਿਆਂ ਦੌਰਾਨ ਉਹ ਮੈਨੂੰ ਬਚਪਨ ਦੇ ਮੇਰੇ ਛੋਟੇ ਨਾਂ ਨਾਲ ਬੁਲਾਉਂਦਾ ਹੈ। ਇਸ ਵਿੱਚ ਕੋਈ ਰਸਮ ਨਹੀਂ ਸੀ, ਕੋਈ ਰਸਮੀ ਆਦਰ ਨਹੀਂ। ਉਹ ਮੈਨੂੰ ਚੰਗਾ ਲੱਗਦਾ ਹੈ, ਮੈਨੂੰ ਚੰਗਾ ਲੱਗਦਾ ਉਸਦਾ ਇਸ ਤਰ੍ਹਾਂ ਬੁਲਾਉਣਾ। ਬਾਅਦ ਵਿੱਚ ਮੇਰੇ ਆਲੇ ਦੁਆਲੇ ਵਿੱਚ ਜਦੋਂ ਮੇਰਾ ਨਾਮ ਬਸ਼ਰ ਚੱਲਿਆ ਤਾਂ ਉਹਨੇ ਵੀ ਬਸ਼ਰ ਸਾਹਿਬ ਕਹਿਣਾ ਸ਼ੁਰੂ ਕਰ ਦਿੱਤਾ। ਬਸ਼ਰ ਸਾਹਿਬ ਦਿਨੇ ਦਿਨੇ ਕਹਿੰਦਾ ਹੈ। ਸ਼ਾਮ ਨੂੰ ਪੀਣ ਤੋਂ ਬਾਅਦ ਉਹ ਬਸ਼ਰ ਸਾਹਿਬ ਵੀ ਕਹਿੰਦਾ ਹੈ ਤੇ ਤੂੰ ਵੀ ਕਹਿੰਦਾ ਜਦੋਂ ਪੈਗ ਲੱਗ ਜਾਂਦਾ। ਇਹ ਨਹੀਂ ਕਿ ਉਹਨੂੰ ਬੋਲਣ ਦਾ ਨਹੀਂ ਪਤਾ, ਇਸ ਗੱਲ ਸਮਝੋ। ਮੈਨੂੰ ਪਤਾ ਹੈ ਉਹ ਜਾਣ-ਬੁੱਝ ਕੇ ਇਹ ਬੋਲੀ ਬੋਲਦਾ ਹੈ। ਉਸ ਨੂੰ ਇਸ ਬੋਲੀ ਦੇ ਅਸਰ ਦਾ ਪਤਾ ਹੈ। ਉਹ ਤੂੰ ਕਹਿ ਕੇ ਆਪਣੇ ਹੱਕ ਦਾ ਐਲਾਨ ਕਰ ਦਿੰਦਾ ਹੈ। ਚੌਹਾਨ ਸਾਹਿਬ, ਜਿਵੇਂ ਮਿਸਾਲ ਵਜੋਂ ਬਸ਼ਰ ਸਾਹਿਬ, ਤੂੰ ਤਾਂ ਯਾਰ ਐਵੇਂ ਝੱਲ ਖਿਲਾਰਨ ਡਿਆ। ਮੈਂ ਪੁਰੀ ਸਾਹਿਬ ਤੇ ਸ਼ੌਕੀ ਅਕਸਰ ਚੰਡੀਗੜ੍ਹ ਇਕੱਠੇ ਹੁੰਦੇ ਹਾਂ। ਪੁਰੀ ਸਾਹਿਬ ਸਾਡੇ ਵਿੱਚੋਂ ਸਾਰਿਆਂ ਤੋਂ ਵੱਡੀ ਉਮਰ ਦੇ ਹਨ। ਅਦਬ ਇਹਤਰਾਮ ਨਾਲ ਗੱਲ ਕਰਦੇ ਹਾਂ। ਸ਼ੇਰ ਕਹਾਂਗਾ, ਗਿਲੇ ਸ਼ਿਕਵੇ ਸ਼ਿਕਾਇਤਾਂ, ਗਿਲੇ ਸ਼ਿਕਵੇ ਸ਼ਿਕਾਇਤਾਂ ਇਸ ਤਰ੍ਹਾਂ ਨਿਤ ਠੀਕ ਨਹੀਂ। ਗਿਲੇ ਸ਼ਿਕਵੇ ਸ਼ਿਕਾਇਤਾਂ ਇਸ ਤਰ੍ਹਾਂ ਨਿਤ ਠੀਕ ਨਹੀਂ। ਮੁਹੱਬਤ ਵਿੱਚ ਸਜਾਵਾਂ ਇਸ ਤਰ੍ਹਾਂ ਨਿਤ ਠੀਕ ਨਹੀਂ। ਗਿਲੇ ਸ਼ਿਕਵੇ ਸ਼ਿਕਾਇਤਾਂ ਇਸ ਤਰ੍ਹਾਂ ਨਿਤ ਠੀਕ ਨਹੀਂ। ਮੁਹੱਬਤ ਵਿੱਚ ਸਜਾਵਾਂ ਇਸ ਤਰ੍ਹਾਂ ਨਿਤ ਠੀਕ ਨਹੀਂ। ਸਮੇਂ ਦੇ ਹਾਣ ਦਾ ਹੋਣਾ, ਬੰਗੀ ਸਾਹਿਬ, ਸਮੇਂ ਦੇ ਹਾਣ ਦਾ ਹੋਣਾ ਸਮੇਂ ਦੀ ਲੋੜ ਹੈ। ਸਮੇਂ ਦੇ ਹਾਣ ਦਾ ਹੋਣਾ ਸਮੇਂ ਦੀ ਲੋੜ ਹੈ। ਬਦਲਣਾ ਨਾਲ ਬਾਵਾਂ
ਇਸ ਤਰ੍ਹਾਂ ਨਿਤ ਠੀਕ ਨਹੀਂ, ਬਦਲਣਾ ਨਾਲ ਬਾਵਾਂ ਇਸ ਤਰ੍ਹਾਂ ਨਿਤ ਠੀਕ ਨਹੀਂ। ਗੱਲ ਕਹਿਣ ਜਾ ਰਿਹਾ ਗਾ, ਸਮਾਂ ਤਾਂ ਸਹਿਜੇ ਅੰਦਰ ਹੈ, ਸਮਾਂ ਤਾਂ ਸਹਿਜੇ ਅੰਦਰ ਹੈ, ਸਮੇਂ ਦੀ ਚਾਲ ਹੈ ਉਹੀ, ਜਰਾ ਹੁਣ ਤੇਜ ਹੈ ਬੰਦਾ ਤਾਂ ਹੀ ਬੇਹਾਲ ਹੈ ਉਹੀ। ਸਮਾਂ ਤਾਂ ਸਹਿਜੇ ਅੰਦਰ ਹੈ, ਸਮੇਂ ਦੀ ਚਾਲ ਹੈ ਉਹੀ, ਜਰਾ ਹੁਣ ਤੇਜ ਹੈ ਬੰਦਾ ਤਾਂ ਹੀ ਬੇਹਾਲ ਹੈ ਉਹੀ। ਜ਼ਮਾਨਾ ਸੀ ਕਦੋਂ ਚੰਗਾ, ਸੋਹਲ ਸਾਹਿਬ, ਜ਼ਮਾਨਾ ਸੀ ਕਦੋਂ ਚੰਗਾ, ਬੁਰਾ ਵੀ ਹੈ ਕਦੋਂ ਦੱਸੋ। ਜ਼ਮਾਨਾ ਸੀ ਕਦੋਂ ਚੰਗਾ, ਬੁਰਾ ਵੀ ਹੈ ਕਦੋਂ ਦੱਸੋ। ਜਿਹਾ ਸਿਰਜਿਆ ਆਪਾਂ ਸਾਡੇ ਨਾਲ ਹੈ, ਜਿਹਾ ਸਿਰਜਿਆ ਆਪਾਂ ਸਾਡੇ ਨਾਲ ਹੈ ਉਹੀ। ਸ਼ੇਰ ਦੇਖਣਾ ਜੀ, ਘਰਾਂ ਵੱਲ ਪਿੱਠ ਕਰਕੇ ਉਹ ਬਣੇ ਹਨ ਸਾਧ ਦੇ ਚੇਲੇ, ਘਰਾਂ ਵੱਲ ਪਿੱਠ ਕਰਕੇ ਉਹ ਬਣੇ ਹਨ ਸਾਧ ਦੇ ਚੇਲੇ। ਗਜਾ ਕਰਨੀ ਪਈ ਕਰ ਕਰ, ਗਜਾ ਕਰਨੀ ਪਈ ਕਰ ਕਰ, ਗਲੀ ਜੰਜਾਲ ਹੈ ਉਹੀ। ਗਜਾ ਕਰਨੀ ਪਈ ਕਰ ਕਰ, ਗਲੀ ਜੰਜਾਲ ਹੈ ਉਹੀ। ਰਹੋ ਐ ਪੰਛੀਓ ਬਚ ਕੇ, ਰਹੋ ਐ ਪੰਛੀਓ ਬਚ ਕੇ, ਬੜਾ ਸ਼ਾਤਰ ਸ਼ਿਕਾਰੀ ਹੈ। ਰਹੋ ਐ ਪੰਛੀਓ ਬਚ ਕੇ, ਬੜਾ ਸ਼ਾਤਰ ਸ਼ਿਕਾਰੀ ਹੈ। ਖਲਾਰੇ ਚੋਗ ਵੀ ਉਹ, ਖਲਾਰੇ ਚੋਗ ਵੀ ਨਾਲੇ ਵਿਛਾਉਂਦਾ ਜਾਲ ਹੈ ਉਹੀ। ਖਲਾਰੇ ਚੋਗ ਵੀ ਨਾਲੇ ਵਿਛਾਉਂਦਾ ਜਾਲ ਹੈ ਉਹੀ। ਚਿਰਾਂ ਤੋਂ ਆਦਮੀ, ਵੀਡੀਓ ਸਾਹਿਬ, ਚਿਰਾਂ ਤੋਂ ਆਦਮੀ ਲੱਭਦਾ ਪਿਆ ਏ ਸੁਖ ਦੌਲਤ ਚੋਂ। ਚਿਰਾਂ ਤੋਂ ਆਦਮੀ ਲੱਭਦਾ ਪਿਆ ਏ ਸੁਖ ਦੌਲਤ ਚੋਂ। ਮਨਾਂ ਦੀ ਮੌਜ ਹੁੰਦੀ ਜੀਤ, ਨਿਭਦੀ ਨਾਲ ਹੈ ਉਹੀ। ਮਨਾਂ ਦੀ ਮੌਜ ਹੁੰਦੀ ਜੀਤ, ਨਿਭਦੀ ਨਾਲ ਹੈ ਉਹੀ। ਸਮਾਂ ਤਾਂ ਸਹਿਜੇ ਅੰਦਰ ਹੈ, ਸਮੇਂ ਦੀ ਚਾਲ ਹੈ ਉਹੀ। ਜਰਾ ਹੁਣ ਤੇਜ ਹੈ ਬੰਦਾ ਤਾਂ ਹੀ ਵੀ ਹਾਲ ਹੈ ਉਹੀ, ਤਾਂ ਹੀ ਵੀ ਹਾਲ ਹੈ। ਬਈ ਕਿਵੇਂ ਹੈ? ਠੀਕ ਹੈ, ਤੂੰ ਸੁਣਾ, ਉਹਦੇ ਰਾਹ 'ਚ ਕੋਈ ਪ੍ਰੋਬਲਮ ਤਾਂ ਨਹੀਂ ਆਈ? ਕੋਈ ਖਾਸ ਨਹੀਂ। ਉਹਨਾਂ ਬੰਦਿਆਂ ਨੇ ਆਪਣੇ ਘਰ ਕੋਲ ਹੀ ਆਉਣਾ ਸੀ। ਜੀਵਨ ਵੀ ਕੁਰਸੀ ਖਿੱਚ ਕੇ ਉਹਨਾਂ ਦੇ ਕੋਲ ਬਹਿ ਗਿਆ ਅਤੇ ਦੋਵਾਂ ਨੂੰ ਸ਼ਤਰੰਜ ਖੇਡਦੇ ਵੇਖਣ ਲੱਗਾ। ਪਰਸ਼ੋਤਮ ਸ਼ਤਰੰਜ ਦਾ ਬਹੁਤ ਵਧੀਆ ਖਿਡਾਰੀ ਸੀ। ਉਸ ਦਾ ਵਿਰੋਧੀ ਜਦੋਂ ਕੋਈ ਚਾਲ ਚੱਲਦਾ ਤਾਂ ਉਹ ਝੱਟ ਸਮਝ ਜਾਂਦਾ ਕਿ ਇਸ ਚਾਲ ਦੇ ਪਿੱਛੇ ਅਸਲ ਮੰਤਵ ਕੀ ਹੈ। ਫਿਰ ਉਹ ਮੋੜਵੇਂ ਰੂਪ ਵਿੱਚ ਅਜਿਹੇ ਹੱਥ ਵਿਖਾਉਂਦਾ ਕਿ ਵਿਰੋਧੀ ਖਿਡਾਰੀ ਚਾਰੋਂ ਖਾਨੇ ਚਿੱਤ ਹੋ ਜਾਂਦਾ। ਵੇਖ ਜਨੂੰਨ ਕਿਵੇਂ ਭੜਕਦਾ, ਪਰਸ਼ੋਤਮ ਨੇ ਜੀਵਨ ਨੂੰ ਦੱਸਦੇ ਹੋਏ ਕਿਹਾ। ਮੇਰੇ ਛੋਟੇ ਚਾਚੇ ਦਾ ਮੁੰਡਾ ਗੋਲਾ ਹੈ ਨਾ, ਤੂੰ ਉਹਨੂੰ ਜਾਣਦਾ? ਉਹ ਮੋਟਾ ਜਿਹਾ ਜਿਹੜਾ ਸ਼ਰਾਬ ਪੀ ਕੇ ਕਈ ਵਾਰੀ ਆਪਦੇ ਘਰਦਿਆਂ ਨੂੰ ਗਾਲਾਂ ਕੱਢੀ ਜਾਂਦਾ ਹੁੰਦਾ। ਆਹੋ, ਪਰਸੋਂ ਕਹਿੰਦਾ ਆਪਾਂ ਵੀ ਪਿਸਤੌਲ ਲਿਆਓ, ਜੋ ਵੀ ਇੱਥੋਂ ਦੀ ਸਿੱਖ ਲੰਘੇ ਗੋਲੀ ਮਾਰ ਦਿਓ। ਜੀਵਨ ਹੱਸ ਕੇ ਬੋਲਿਆ, ਦੇਖੀ ਪਤੰਦਰਾ, ਹੋਰ ਨਾ ਕਿਤੇ ਮੇਰੇ ਹੀ ਘੋਗਾ ਚਿੱਤ ਕਰਦੇ। ਜੀਵਨ ਦੀ ਗੱਲ 'ਤੇ ਉਹ ਸਾਰੇ ਹੱਸ ਪਏ। ਸ਼ਤਰੰਜ ਦੀ ਬਾਜੀ ਖਤਮ ਹੋ ਗਈ। ਪਰਸ਼ੋਤਮ ਨੇ ਸ਼ਤਰੰਜ ਚੁੱਕ ਕੇ ਪਾਸੇ ਰੱਖ ਦਿੱਤੀ। ਪਰਸ਼ੋਤਮ ਤੇ ਜੀਵਨ ਹੋਰ ਗੱਲਾਂ ਕਰਨ ਲੱਗ ਪਏ ਅਤੇ ਅਸ਼ੋਕ ਉੱਠ ਕੇ ਆਪਣੇ ਘਰ ਨੂੰ ਚਲਾ ਗਿਆ। ਇੰਨੇ ਪਰਸ਼ੋਤਮ ਦੀ ਬੀਬੀ ਆਈ ਅਤੇ ਉਹਨਾਂ ਨੂੰ ਪ੍ਰਸ਼ਾਦ ਦੇ ਕੇ ਚਲੀ ਗਈ। ਜੀਵਨ ਨੇ ਕੜਾਹ ਦਾ ਪ੍ਰਸ਼ਾਦ ਖਾਂਦੇ ਹੋਏ ਕਿਹਾ, ਇਹ ਕਾਹਦਾ ਓਏ? ਤੇਰੇ ਭਿੰਡਰਾਂ ਵਾਲੇ ਦੇ ਮਾਰੇ ਜਾਣ ਦੀ ਖੁਸ਼ੀ 'ਚ ਤਾਂ ਨਹੀਂ ਬਣਾਇਆ? ਜੀਵਨ ਨੇ ਸੋਚਿਆ ਸੀ ਪਰਸ਼ੋਤਮ ਉਸ ਦੀ ਗੱਲ 'ਤੇ ਬਹੁਤ ਹੱਸੇਗਾ, ਪਰ ਇਸ ਤੋਂ ਉਲਟ ਉਹ ਇੱਕਦਮ ਗੰਭੀਰ ਹੋ ਕੇ ਬੋਲਿਆ, ਹਾਲਾਤ ਦੀ ਨਾਜ਼ੁਕਤਾ ਨੂੰ ਸਮਝਦੇ ਹੋਏ ਆਪਾਂ ਨੂੰ ਇਹੋ ਜਿਹਾ ਮਜ਼ਾਕ ਨਹੀਂ ਕਰਨਾ ਚਾਹੀਦਾ। ਜੀਵਨ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਸਨੇ ਦਿਲੋਂ ਅਫਸੋਸ ਜ਼ਾਹਰ ਕਰਦੇ ਹੋਏ ਕਿਹਾ, ਸੌਰੀ ਯਾਰ, ਗਲਤੀ ਹੋ ਗਈ। ਜੀਵਨ ਨੇ ਪਰਸ਼ੋਤਮ ਤੋਂ ਹੱਥ ਮਿਲਾ ਕੇ ਵਿਦਾ ਲਈ ਅਤੇ ਘਰ ਆ ਗਿਆ। ਜਦੋਂ ਉਹ ਘਰ ਪਹੁੰਚਿਆ ਤਾਂ ਵੱਡੇ ਚੁਬਾਰੇ ਵਿੱਚ ਭਾਪਾ ਜੀ ਕੋਲ ਉਹਨਾਂ ਦੇ ਪਿੰਡ ਦਾ ਦੋਹਤਾ ਅਕਾਲੀ ਨੱਥਾ ਸਿੰਘ ਬੈਠਾ ਸੀ। ਲੰਮੀ ਖੁੱਲ੍ਹੀ ਛੱਡੀ ਕਰੜਵਰਡੀ ਦਾੜੀ ਵਾਲਾ ਨੱਥਾ ਸਿੰਘ ਜੀਵਨ ਦੇ ਭਰਾਵਾਂ ਦੀ ਥਾਂ ਲੱਗਦਾ ਸੀ। ਜੀਵਨ ਨੇ ਉਸ ਦੇ ਨਾਲ ਹੱਥ ਮਿਲਾ ਕੇ ਪੁੱਛਿਆ, ਹੋਰ ਬਾਈ ਕੀ ਹਾਲ ਹੈ? ਬਸ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਇਸ ਵੇਲੇ ਕਿੱਧਰੋਂ? ਪੁੱਛਣਾ ਭਰਾਵਾ। ਫਿਰ ਨੱਥਾ ਸਿੰਘ ਨੇ ਦੱਸਿਆ, ਜਦੋਂ ਕਰਫਿਊ ਲੱਗਿਆ ਮੈਂ ਕਿਸੇ ਜ਼ਰੂਰੀ ਕੰਮ ਆਪਦੇ ਸਾਧੂ ਕੋਲ ਗਿਆ ਹੋਇਆ ਸੀ। ਉਹਨਾਂ ਦਾ ਪਿੰਡ ਫਿਰੋਜ਼ਪੁਰ ਦੇ ਨੇੜੇ ਹੈ। ਉੱਥੋਂ ਤੁਰ ਕੇ 3 ਦਿਨਾਂ ਵਿੱਚ ਇੱਥੇ ਪਹੁੰਚਿਆ। ਰਾਜ ਥਾਂ ਮਿਲਟਰੀ ਬੈਠੀ ਹੈ। ਮਸਾਂ ਪਿੰਡ ਵਿੱਚੋਂ ਦੀ ਲੁਕ ਕੇ ਆਇਆ। ਉਸਨੇ ਪੈਰਾਂ ਦੇ ਜ਼ਖਮ ਦਿਖਾਏ। ਪਰਸੋਂ ਤੇਰੇ ਸਹੁਰਿਆਂ ਦੇ ਰਿਹਾ, ਬੜੇ ਭਲੇ ਬੰਦੇ ਆ, ਮੇਰੀ ਬਹੁਤ ਸੇਵਾ ਕੀਤੀ। ਹਰਪ੍ਰੀਤ ਨੇ ਤਾਂ ਮੈਨੂੰ ਪਛਾਣਿਆ ਨਹੀਂ।
ਤੇਰੇ ਸਹੁਰੇ ਨੇ ਮੈਨੂੰ ਬਰਾਤ ਨਾਲ ਗਏ ਨੂੰ ਦੇਖਿਆ ਸੀ, ਉਹਨੇ ਪਛਾਣ ਲਿਆ। ਪਾਪਾ ਜੀ ਆਪਣੇ ਸਿਰਹਾਣੇ ਪਈ ਸਰਾਹੀ 'ਚੋਂ ਪਾਣੀ ਦਾ ਗਲਾਸ ਭਰ ਕੇ ਪੀਂਦੇ ਹੋਏ ਬੋਲੇ, ਵਾਹਵਾ ਤਕੜਾ ਰਿਹਾ ਤੂੰ, ਜਿਹੜਾ ਇੰਨੀ ਦੂਰੋਂ ਆ ਗਿਆ। ਕੀ ਕਰਦਾ ਮਾਮਾ ਜੀ? ਮੈਨੂੰ ਘਰ ਦਾ ਬਹੁਤ ਫਿਕਰ ਸੀ। ਉਸਨੇ ਆਪਣੀ ਮਜਬੂਰੀ ਦੱਸੀ। ਫਿਰ ਬੋਲਿਆ, ਕਹਿ ਨੂੰ ਕੁਛ ਕਹੀ ਜਾਈਏ, ਪਰ ਸਰਕਾਰ ਨੇ ਇਹ ਕੰਮ ਕੀਤਾ ਬਹੁਤ ਮਾੜਾ ਹੈ। ਹਰਿਮੰਦਰ ਸਾਹਿਬ ਦੀ ਬਹੁਤ ਬੇਅਦਬੀ ਹੋਈ ਹੈ। ਸਿੱਖਾਂ ਦੇ ਐਨ ਕਾਲਜੇ ਛੁਰਾ ਮਾਰਿਆ। ਸਿੱਖ ਕੌਮ ਇਸ ਨੂੰ ਕਦੇ ਮਾਫ਼ ਨਹੀਂ ਕਰੂਗੀ। ਜੀਵਨ ਨੇ ਨੱਥਾ ਸਿੰਘ ਨੂੰ ਕਿਹਾ, ਬਾਈ ਬਸ ਕਰ, ਅਕਾਲੀਆਂ ਦੀ ਫਿਰਕੂ ਸਿਆਸਤ ਵੀ ਇਹਦੇ 'ਚ ਘੱਟ ਦੋਸ਼ੀ ਨਹੀਂ। ਨੱਥਾ ਸਿੰਘ ਹੱਸ ਕੇ ਬੋਲਿਆ, ਖੈਰ ਤੇਰੇ ਨਾਲ ਮੱਥਾ ਮਾਰਨ ਦਾ ਤਾਂ ਕੋਈ ਫਾਇਦਾ ਨਹੀਂ। ਤੁਸੀਂ ਕਾਮਰੇਡਾਂ ਨੇ ਇਹੀ ਤਾਂ ਕੌਮ ਨੂੰ ਨਸ਼ਟ ਕੀਤਾ ਹੈ। ਇਸੇ ਕਰਕੇ ਮੈਂ ਕੌਮਿਊਨਿਸਟਾਂ ਨੂੰ ਕੌਮਿਊਨਿਸਟ ਕਹਿੰਦਾ ਹੁੰਦਾ। ਕੌਮਿਊਨਿਸਟ ਦਾ ਮਤਲਬ ਹੈ ਕੌਮ ਨੂੰ ਨਸ਼ਟ ਕਰਨ ਵਾਲੇ। ਸਾਰੇ ਨੱਥਾ ਸਿੰਘ ਦੀ ਗੱਲ 'ਤੇ ਹੱਸ ਪਏ। ਹੱਥ ਨੇ ਨੱਥਾ ਸਿੰਘ ਦਾ ਮੰਜਾ ਵੀ ਕੋਠੇ ਦੇ ਜੀਵਨ ਕੋਲ ਡਾਹ ਦਿੱਤਾ ਗਿਆ। ਜਿੰਦਰੋਂ ਉਹਦੀ ਭੈਣ ਹੈ ਜੀਵਨ ਦੀ। ਜਿੰਦਰੋਂ ਜਦੋਂ ਬਿਸਤਰੇ ਵਿਛਾ ਕੇ ਚਲੀ ਗਈ ਤਾਂ ਨੱਥਾ ਸਿੰਘ ਨੇ ਜੀਵਨ ਨੂੰ ਕਿਹਾ, ਇਉਂ ਕਰ ਛੋਟੇ ਭਾਈ, ਹੌਲੀ ਦੇਣੇ ਹੇਠਾਂ ਤੋਂ ਪਾਣੀ ਦੇ ਤੇ ਗਲਾਸ ਲਿਆ। ਕਿਉਂ? ਮੇਰਾ ਸਾਰਾ ਸਰੀਰ ਟੁੱਟੀ ਜਾਂਦਾ, ਘੁੱਟ ਲਾਉਣੀ ਸੀ। ਨੱਥਾ ਸਿੰਘ ਨੇ ਡੱਬ ਵਿੱਚੋਂ ਬੋਤਲ ਕੱਢ ਕੇ ਮੰਜੇ ਹੇਠ ਰੱਖ ਦਿੱਤੀ। ਜੀਵਨ ਹੱਸ ਕੇ ਹੇਠਾਂ ਚਲਾ ਗਿਆ ਅਤੇ ਪਾਣੀ ਦੀ ਗੜਬੀ ਅਤੇ ਖਾਲੀ ਗਲਾਸ ਲੈ ਆਇਆ। ਨੱਥਾ ਸਿੰਘ ਨੇ ਪੈਗ ਲਾ ਕੇ ਮੁੱਛਾਂ ਨੂੰ ਉੱਪਰੋਂ ਹੱਥ ਫੇਰਦੇ ਹੋਏ ਘੰਗੂਰਾ ਜਿਹਾ ਮਾਰਿਆ। ਫਿਰ ਉਸਨੇ ਪੂਰੀ ਤਰ੍ਹਾਂ ਚੁਕੰਨਾ ਹੋ ਕੇ ਆਲੇ ਦੁਆਲੇ ਨਜ਼ਰ ਮਾਰੀ ਅਤੇ ਆਪਣਾ ਮੰਜਾ ਖਿੱਚ ਕੇ ਛੱਤ ਦੇ ਵਿਚਾਲੇ ਕਰ ਲਿਆ। ਨੱਥਾ ਸਿੰਘ ਨੇ ਕਹਿਣ 'ਤੇ ਜੀਵਨ ਨੇ ਵੀ ਆਪਣਾ ਮੰਜਾ ਉਸਦੇ ਕੋਲ ਕਰ ਲਿਆ ਅਤੇ ਉਸ ਤੋਂ ਪੁੱਛਿਆ, ਬਾਈ ਲਖਵੀਰ ਦਾ ਕੁਛ ਪਤਾ ਲੱਗਿਆ ਕਿ ਉਹ ਕਿੱਥੇ ਆ? ਕੀ ਪਤਾ ਕਿੱਥੇ ਆ? ਬਾਕੀ ਵਾਹਿਗੁਰੂ ਹੀ ਜਾਣਦਾ ਕਿ ਸਾਡਾ ਬੱਚਾ ਹੁਣ ਇਸ ਦੁਨੀਆ ਵਿੱਚ ਹੈ ਵੀ ਕਿ ਜਾਂ ਨਹੀਂ। ਦੋਵੇਂ ਚੁੱਪ ਹੋ ਗਏ। ਮਾਹੌਲ ਵਿੱਚ ਉਦਾਸੀ ਛਾ ਗਈ। ਜੀਵਨ ਨੇ ਫਿਰ ਪੁੱਛਿਆ, ਹੈ ਬਾਈ, ਜਿਹੜਾ ਪਿੱਛੇ ਜੇ ਰੇਲਵੇ 'ਚ ਡਾਕਟਰ ਰਾਮ ਲਾਲ ਦਾ ਕਤਲ ਹੋਇਆ ਸੀ, ਕਹਿੰਦੇ ਆ ਉਸ ਨੂੰ ਲਖਵੀਰ ਨੇ ਮਾਰਿਆ ਸੀ। ਤੂੰ ਤਾਂ ਜੀਵਨ ਛੋਟੇ ਭਾਈ ਬੱਚਿਆਂ ਵਾਲੀਆਂ ਗੱਲਾਂ ਕਰਦਾ। ਮੈਨੂੰ ਤਾਂ ਸਾਲ ਭਰ ਹੋ ਗਿਆ, ਉਹ ਕਦੇ ਮਿਲਿਆ ਹੀ ਨਹੀਂ। ਮੈਨੂੰ ਕੀ ਪਤਾ ਉਹ ਕਿੱਥੇ ਰਹਿੰਦਾ ਅਤੇ ਕੀ ਕਰਦਾ। ਜਦੋਂ ਨੱਥਾ ਸਿੰਘ ਕੋਈ ਨਸ਼ੇ ਵਿੱਚ ਹੋ ਗਿਆ ਤਾਂ ਪੁੱਤ ਦੀ ਯਾਦ ਉਸਦੇ ਕਾਲਜ 'ਚ ਹੀ ਪਾਉਣ ਲੱਗੀ। ਜੀਵਨ ਨੇ ਉਸਨੂੰ ਹੋਰ ਪੀਣ ਤੋਂ ਰੋਕਣਾ ਚਾਹਿਆ, ਪਰ ਉਹ ਮੁੱਲੀ ਪੈਗ ਪਾ ਕੇ ਬੋਲਿਆ, ਨਹੀਂ ਛੋਟੇ ਭਾਈ, ਮੈਂ ਅਜੇ ਹੋਰ ਪੀਊਂਗਾ, ਮੇਰਾ ਦਿਲ ਨਹੀਂ ਖੜਦਾ। ਨੱਥਾ ਸਿੰਘ ਵੱਡਾ ਸਾਰਾ ਪੈਗ ਪੀ ਕੇ ਕਹਿਣ ਲੱਗਿਆ, ਛੋਟੇ ਭਾਈ ਇੱਕ ਗੱਲ ਹੈ, ਜੇ ਸਾਡੇ ਬੱਚੇ ਨੂੰ ਕੁਛ ਹੋ ਗਿਆ ਤਾਂ ਫਿਰ ਚਾਹੇ ਕੁਛ ਵੀ ਹੋ ਜੇ, ਅਸੀਂ ਕੋਠੇ 'ਤੇ ਚੜ੍ਹ ਕੇ ਨਾਅਰੇ ਲਾਵਾਂਗੇ, ਖਾਲਿਸਤਾਨ ਜ਼ਿੰਦਾਬਾਦ। ਉਹ ਸ਼ਰਾਬੀ ਹੋਇਆ ਕਿੰਨੀ ਦੇਰ ਰੋਈ ਗਿਆ। ਜੀਵਨ ਉਸਨੂੰ ਸ਼ਰਾਬੀ ਹੋਇਆ ਦੇਖ ਕੇ ਉਸਦੀ ਰੋਟੀ ਲੈਣ ਹੇਠਾਂ ਚਲਾ ਆਇਆ। ਜਿਸ ਦਿਨ ਦੇ ਤੋਂ ਕਰਫਿਊ ਲੱਗਿਆ ਸੀ, ਉਹ ਚਟਨੀ ਨਾਲ ਹੀ ਰੋਟੀ ਖਾਂਦੇ ਸਨ। ਜੀਵਨ ਨੇ ਜਦੋਂ ਦਾਲ ਬਣੀ ਦੇਖੀ ਤਾਂ ਜਿੰਦਰੋਂ ਨੂੰ ਪੁੱਛਿਆ, ਕਿਵੇਂ ਸੌਦਾ ਉਧਾਰ ਲਿਆਂਦਾ? ਨਹੀਂ, ਪੁਸ਼ਪਾ ਮਾਸੀ ਅੱਜ ਕੰਧ ਉੱਤੋਂ ਦੀ ਮੱਲੋ ਮੱਲੀ 40 ਰੁਪਏ ਫੜਾ ਗਈ ਸੀ। ਪੁਸ਼ਪਾ ਗਜ਼ਲ ਹੈ। ਹਾਂ, ਬਦਲਦੀ ਏ ਫਿਜ਼ਾ ਹੈ ਖੂਬ, ਬਦਲਦੀ ਏ ਫਿਜ਼ਾ ਹੈ ਖੂਬ, ਚਮਨ ਫਿਰ ਖਿਲ ਰਿਹਾ ਹੈ ਖੂਬ, ਚਮਨ ਫਿਰ ਖਿਲ ਰਿਹਾ ਹੈ ਖੂਬ। ਅਸਾਂ ਕੀਤੀ ਵਫਾ ਹੈ ਖੂਬ, ਅਸਾਂ ਕੀਤੀ ਵਫਾ ਹੈ ਖੂਬ, ਨਿਭਾਈ ਉਸ ਜ਼ਫਾ ਹੈ ਖੂਬ, ਨਿਭਾਈ ਉਸ ਜ਼ਫਾ ਹੈ ਖੂਬ। ਪ੍ਰਧਾਨ ਜੀ, ਜਦੋਂ ਤੁਰਿਆ ਅਕਲਾਂ ਯਾਰ, ਜਦੋਂ ਤੁਰਿਆ ਅਕਲਾਂ ਯਾਰ, ਮਗਰ ਹੁਣ ਕਾਫਲਾ ਹੈ ਖੂਬ, ਮਗਰ ਹੁਣ ਕਾਫਲਾ ਹੈ ਖੂਬ। ਸ਼ੇਰ ਦੇਖਣਾ ਕੁਲਦੀਪ ਜੀ, ਉਹਦੀ ਸੂਰਤ ਰਹੀ ਨਾ ਯਾਦ, ਉਹਦੀ ਸੂਰਤ ਰਹੀ ਨਾ ਯਾਦ, ਇਹ ਹੋਇਆ ਹਾਦਸਾ ਹੈ ਖੂਬ, ਇਹ ਹੋਇਆ ਹਾਦਸਾ ਹੈ ਖੂਬ। ਬਸ ਜੀ ਸ਼ੇਰ ਹੈ, ਵਫਾ ਗੈਰ ਦੀ ਨਹੀਂ ਹੈ ਲੋੜ, ਵਫਾ ਗੈਰ ਦੀ ਨਹੀਂ ਹੈ ਲੋੜ, ਅਸਾਂ ਨੂੰ ਬੇਵਫਾ ਹੈ ਖੂਬ, ਅਸਾਂ ਨੂੰ ਬੇਵਫਾ ਹੈ ਖੂਬ। ਸ਼ੇਰ ਹੈ ਜੀ, ਪੜ੍ਹੇ ਤੇਰੇ ਖਤ ਕਈ ਵਾਰ, ਪੜ੍ਹੇ ਤੇਰੇ ਖਤ ਕਈ ਵਾਰ, ਜਦਾ ਪੜ੍ਹੇ ਤੇਰੇ ਖਤ ਕਈ ਵਾਰ, ਜੁਦਾਈ ਵਿੱਚ ਦਵਾ ਹੈ ਖੂਬ,
जुदाई विच दवा है खूब। शेर है जी। करे उल्फत ने जख्म हजार, करे उल्फत ने जख्म हजार, मगर दिल साबता है खूब, मगर साबता है खूब। मत्ता जी। लिखें सच शायरी विच वाह, लिखें सच शायरी विच वाह, जस तेरी जैसे अदा है खूब, तेरी जैसे अदा है खूब, बदल दिए फिजा है खूब, चमन फिर खिल रहा है खूब, चमन फिर। बहुत जी शुक्रिया जी साहब, शुक्रिया। ਅਦਬ ਤੇ ਸਤਿਕਾਰਯੋਗ ਇਕਬਾਲ ਸਿੰਘ ਜੀ ਪੀਟੀ ਸਾਹਿਬ, ਫਕੀਰਾ ਸਾਹਿਬ ਤੇ ਆਦਰਸ਼ ਅਧਿਆਪਕ ਸਾਹਿਬ ਜੀ ਨੂੰ ਇੱਕ ਆਪਦੀ ਕਵਿਤਾ ਨਾ ਕਹਿ ਕੇ ਉਹਨਾਂ ਬਾਰੇ ਤੁਹਾਨੂੰ ਕਹਿਣਾ ਚਾਹੂੰਗਾ ਤੇ ਉਹਨਾਂ ਨੂੰ ਵਧਾਈ ਦੇਣਾ ਚਾਹੂੰਗਾ ਵੀ ਉਹਨਾਂ ਨੇ ਸਾਡੇ ਪਿੰਡ ਵੀ ਜਿਹੜੇ ਹੈਗੇ ਆ ਅਧਿਆਪਨ ਦੇ ਜਿਹੜਾ ਕਾਰਜ ਹੈ ਚਾਨਣ ਵੰਡਣ ਦਾ ਉਹ ਕੀਤਾ ਹੈ ਤੇ ਇਹਨਾਂ ਦੀ ਜ਼ਿੰਮੇਵਾਰੀ ਵਾਲੀ ਜਿਹੜੀ ਸ਼ਖਸੀਅਤ ਹੈ ਉਹਦੇ ਚੋਂ ਇਹ ਰੂਹਦਾਰੀ ਤੱਕਰ ਜਿਹੜੇ ਮਿਲਣਸਾਰ ਇਨਸਾਨ ਨੇ, ਬਹੁਤ ਹੀ ਖੂਬਸੂਰਤ ਇਨਸਾਨ ਨੇ ਔਰ ਰੂਹਦਾਰੀ ਤੱਕਰ ਇਹਨਾਂ ਦੇ ਜਾਣ ਵਾਲੇ ਗੀਤ ਹੈ ਔਰ ਸਭ ਤੋਂ ਵੱਡਾ ਜਿਹੜਾ ਅੰਦਾਜ਼ ਇਹਨਾਂ ਦਾ ਮਿਲਣਸਾਰਤਾ ਦਾ ਜਿਹੜਾ ਹੈਗਾ ਉਹ ਹੈਗਾ। ਔਰ ਇਹਨਾਂ ਦੇ ਜਿਹੜੇ ਵਿਦਿਆਰਥੀ ਆ ਸਾਡੇ ਪਿੰਡ ਦੇ ਖਾਸ ਕਰਕੇ ਉਹ ਇਹਨਾਂ ਦੇ ਦੋਸਤ ਵੀ ਹੈ। ਜੇ ਮੇਰੇ ਇਹ ਮਿੱਤਰ ਦੋਸਤ ਹੈ ਤਾਂ ਮੇਰੇ ਇਹ ਦੋਵੇਂ ਮੁੰਡਿਆਂ ਦੇ ਵੀ ਦੋਸਤ ਹੈ ਔਰ ਮੇਰੀਆਂ ਦੋ ਬੇਟੀਆਂ ਜਿਹੜੀਆਂ ਉਹਨਾਂ ਨੂੰ ਵੀ ਪੜ੍ਹਾਇਆ ਔਰ ਪਿੰਡ ਦੇ ਮੁੰਡਿਆਂ ਨੂੰ ਜਦੋਂ ਅੱਜ ਹੀ ਗੱਲ ਚੱਲੀ ਤਾਂ ਉਹ ਆਦੇ ਵੀ ਸਾਡੇ ਨਾਲ ਵੀ ਗੱਲ ਕਰਾਇਓ ਜੀ, ਜੇ ਸਮਾਂ ਦੇਣਗੇ ਤਾਂ ਗੱਲ ਕਰਾਵਾਂਗੇ। ਇਹ ਮਤਲਬ ਇੱਕ ਸੁਹਿਰਦ ਤੇ ਆਦਰਸ਼ ਅਧਿਆਪਕ ਦੀ ਮਿਸਾਲ ਨੇ ਤੇ ਆਪਦੇ ਸਕੂਲਾਂ 'ਚ ਹੋਰਾਂ 'ਚ ਵੀ ਇਹ ਇੱਕ ਮਿਸਾਲ ਬਣਦੇ ਹੋਣਗੇ। ਆਪਦੇ ਸਕੂਲ ਨੂੰ ਹੋਰ ਵਡੇਰਾ ਤੇ ਚੰਗੇਰਾ ਬਣਾਉਣ ਲਈ ਇਹਨਾਂ ਦਾ ਯੋਗਦਾਨ ਬਕਾਇਦਾ ਜਿਹੜਾ ਹੈਗਾ ਪਰਪੱਕ, ਸੰਪੂਰਨ ਤੇ ਪੂਰਾ ਹੋਊਗਾ, ਅਜਿਹਾ ਮੇਰਾ ਵਿਸ਼ਵਾਸ ਹੈ। ਤੇ ਇਹਨਾਂ ਦੇ ਜਨਮ ਦਿਨ ਤੇ ਇਹਨਾਂ ਨੂੰ ਤੇ ਇਹਨਾਂ ਦੇ ਸਮੁੱਚੇ ਆਰ ਪਰਿਵਾਰ ਨੂੰ ਬਹੁਤ ਬਹੁਤ ਯਾਦ। ਇੱਕ ਦਿਨ ਪਿੰਡ ਪੁਰਾਣੇ ਅੰਦਰ ਜਾਣ ਲਈ ਦਿਲ ਕਰਿਆ, ਇੱਕ ਦਿਨ ਪਿੰਡ ਪੁਰਾਣੇ ਅੰਦਰ ਜਾਣ ਲਈ ਦਿਲ ਕਰਿਆ, ਪਿੰਡ ਦੀਆਂ ਗਲੀਆਂ ਅੰਦਰ ਜਾ ਕੇ ਭੌਣ ਲਈ ਦਿਲ ਕਰਿਆ। ਬਚਪਨ ਦੀਆਂ ਯਾਦਾਂ ਨੇ ਪਾਇਆ ਦਿਲ ਵਿੱਚ ਖੌਰੂ ਭਾਰੀ, ਜੀ ਕੀਤਾ ਕਿ ਉੱਡ ਜਾ ਪਿੰਡ ਨੂੰ, ਉੱਡ ਜਾ ਮਾਰੋ ਡਾਰੀ। ਬਚਪਨ ਵਾਲੇ ਬੇਲੀਆਂ ਨੂੰ ਮੈਂ ਭੱਜ ਭੱਜ ਜੱਫੀਆਂ ਪਾਵਾਂ, ਧਰਤੀ ਉੱਤੇ ਪੈਰ ਨਾ ਲੱਗਣ ਉੱਚਾ ਹੀ ਉੱਡਦਾ ਜਾਵਾਂ। ਮਾਵਾਂ ਵਰਗੀਆਂ ਤਾਈਆਂ ਚਾਚੀਆਂ ਦੇ ਪੈਰੀਂ ਹੱਥ ਲਗਾਵਾਂ, ਪਿੰਡ ਦੇ ਮੁੱਢ ਬਜ਼ੁਰਗਾਂ ਵਾਲੇ ਚਰਨਾਂ ਦੀ ਛੋਹ ਪਾਵਾਂ। ਸੋਚਾਂ ਸੋਚਦਾ ਰਹਿ ਨਾ ਸਕਿਆ, ਗੱਡੀ ਗੇਰ ਚ ਪਾਈ, ਅਥਰਾ ਮਨ ਉਡਾਰੀਆਂ ਮਾਰੇ, ਗੱਡੀ ਜਾ ਪਿੰਡ ਲਾਈ। ਜਾਣ ਪਛਾਣ ਦੇ ਘਰਾਂ 'ਚ ਜਾ ਕੇ ਬੈਰਾਗ ਜਾਗਿਆ ਭਾਰੀ, ਆ ਪੁਰਿੰਦਰ ਲੱਭ ਕੇ ਮਿਲੀਏ, ਸੋਮਾ ਦਰਸ਼ੀ ਤਾਰੀ। ਜਾਣ ਪਛਾਣ ਦੇ ਘਰਾਂ 'ਚ ਜਾ ਕੇ ਬੈਰਾਗ ਜਾਗਿਆ ਭਾਰੀ, ਆ ਪੁਰਿੰਦਰ ਲੱਭ ਕੇ ਮਿਲੀਏ, ਸੋਮਾ ਦਰਸ਼ੀ ਤਾਰੀ। ਹਾਂ, ਕੁਲਵੰਤਾ ਛਿੰਦਾ ਗੇਲਾ ਭੇਲਾ, ਸ਼ਿੰਦਰ ਯਾਦ ਰਾਜ ਮੁਰਾਰੀ, ਮੰਦਰ ਬੀਲਾ ਵੀਰਾ ਜੰਟਾ, ਗਾਂਧੀ ਬਿੱਕਰ ਯਾਦ ਕਰਾਰੀ। ਚਾਈ ਚਾਈ ਇੱਕ ਘਰ ਜਾ ਕੇ ਮੈਂ ਕੁੰਡਾ ਖੜਕਾਇਆ, ਨਵੇਂ ਨਵੇਲੇ ਜੀ ਦੇਖ ਕੇ ਮੈਂ ਥੋੜਾ ਘਬਰਾਇਆ। ਦੁਆ ਸਲਾਮ ਬੁਲਾ ਕੇ ਆਪਣਾ ਨਾਮ ਪਤਾ ਸਮਝਾਇਆ, ਆਪਣੇ ਬਾਰੇ ਦੱਸ ਕੇ ਯਾਰ ਦਾ ਨਾਂ ਲੈ ਕੇ ਬੁਲਵਾਇਆ। ਬਿੱਟ ਬਿੱਟ ਤੱਕਦੀ ਭਾਬੀ ਕਹਿੰਦੀ, ਉਹ ਤਾਂ ਗੁਜ਼ਰ ਗਿਆ ਭਾਈ। ਹੈਂਜੀ, ਬਿੱਟ ਬਿੱਟ ਤੱਕਦੀ ਭਾਬੀ ਕਹਿੰਦੀ, ਉਹ ਤਾਂ ਗੁਜ਼ਰ ਗਿਆ ਭਾਈ, ਇਹ ਕੁਛ ਦਾ ਲੜਕਾ ਹੈ ਤੇ ਲੜਕੀ ਗਈ ਵਿਆਹੀ। ਦਿਲ ਚੋਂ ਧਾਰ ਨਿਕਲ ਕੇ ਰਹਿ ਗਈ, ਚਾਹ ਵੀ ਨਾ ਗਈ ਪੀਤੀ, ਇੱਕ ਉਲਾਂਭਾ ਰੱਬ ਨੂੰ ਦਿੱਤਾ, ਇਹ ਕੀ ਰੱਬਾ ਕੀਤੀ। ਅੱਛਾ,
ਇੱਕ ਮਿੱਤਰ ਨੂੰ ਨਾਲ ਲਿਜਾ ਕੇ ਦੂਜੇ ਦਾ ਘਰ ਲੱਭਿਆ। ਘਰ ਵਾਲਿਆਂ ਨੇ ਫੋਨ ਕੀ ਕੀਤਾ, ਗੇਲਾ ਆਇਆ ਭੱਜਿਆ। ਹੈਰਾਨ ਜਿਹੇ ਨੇ ਕੁਝ ਪਛਾਣ ਕੇ ਭੱਜ ਕੇ ਜੱਫੀ ਪਾਈ, ਬਿਨਾਂ ਪੁੱਛਿਆਂ ਚਾਹ ਬਣਵਾ ਕੇ ਨਾਲ ਰੱਖੀ ਮਠਿਆਈ। ਗੱਲਾਂ ਕਰਦਿਆਂ ਮੁੱਕਣ ਹੀ ਨਾ, ਕੱਲੇ ਕੱਲੇ ਬਾਰੇ ਪੁੱਛਾਂ, ਨਿੱਕੇ ਨਿੱਕੇ ਵਿਛੜੇ ਸੀ ਹੁਣ ਭਰ ਗਏ ਦਾੜੀ ਮੁੱਛਾਂ। ਇੱਕ ਇੱਕ ਦਾ ਨਾਂ ਲੈ ਕੇ ਮੈਂ ਜਾਣਨ ਦੀ ਕੋਸ਼ਿਸ਼ ਕੀਤੀ, ਇਸ ਵੇਲੇ ਘਰ ਕੋਈ ਨਹੀਂ ਮਿਲਣਾ, ਗੇਲੇ ਨੇ ਸੁਣਾਈ ਕੀਤੀ। ਕੰਮੀ ਧੰਦੀ ਪਿੰਡ 'ਚ ਰਹਿੰਦੇ ਗਏ ਹੋਏ ਨੇ ਸਾਰੇ, ਪਾਪੀ ਪੇਟ ਦੀ ਖਾਤਰ ਕਈ ਤਾਂ ਪਿੰਡੋਂ ਬਾਹਰ ਵਿਚਾਰੇ। ਗਦ ਗਦ ਹੋਇਆ ਗੇਲਾ, ਕੱਢ ਕੇ ਫੋਟੋ ਇੱਕ ਲਿਆਇਆ, ਨੂੰਹ ਪੁੱਤਰਾਂ ਨੂੰ ਕੋਲ ਬੁਲਾ ਕੇ ਮੇਰਾ ਤਾਰਫ ਕਰਵਾਇਆ। ਛੋਟੇ ਹੁੰਦੇ ਇਕੱਠੇ ਪੜ੍ਹਦੇ ਸੀ, ਗੇਲੇ ਨੇ ਦੱਸਿਆ ਭਾਈ, ਹੁਣ ਉਹ ਪਾਪਾ ਤੇ ਮੈਂ ਅੰਕਲ ਸੀ, ਸਮੇਂ ਨੇ ਯਾਦ ਦਿਵਾਈ। ਰੋਟੀ ਬਿਨਾਂ ਉਹਨੇ ਆਉਣ ਨਾ ਦਿੱਤਾ, ਮਿੱਠਾ ਖਾਸ ਬਣਾਇਆ, ਵਰਿਆਂ ਪਿੱਛੋਂ ਅਪਨੱਤ ਦੇਖ ਕੇ ਨਸ਼ਾ ਜਿਹਾ ਚੜ੍ਹਾਇਆ। ਮਿਲਦੇ ਰਹਿਣ ਦਾ ਵਾਅਦਾ ਕਰਕੇ ਫਿਰ ਤੋਂ ਵਿਛੜੇ ਸਾਥੀ, ਇੱਕ ਦਿਨ ਫੇਰ ਮਿਲਣ ਲਈ ਕਹਿ ਕੇ ਇਕੱਠੇ ਕਰ ਸਾਰੇ ਸਾਥੀ। 40 ਸਾਲਾਂ ਦੇ ਵਕਫੇ ਪਿੱਛੋਂ ਮਨ ਨੂੰ ਰਜਣਾ ਆਇਆ। 40 ਸਾਲਾਂ ਦੇ ਵਕਫੇ ਪਿੱਛੋਂ ਮਨ ਨੂੰ ਰਜਣਾ ਆਇਆ, ਊੜਾ ਐੜਾ ਜਿੱਥੇ ਸਿੱਖਿਆ ਸੀ ਉੱਥੇ ਜਾ ਸੀਸ ਨਵਾਇਆ। ਨਵੀਆਂ ਗੁੱਡੀਆਂ ਨਵੇਂ ਪਟੋਲੇ, ਰੰਗ ਬਦਲ ਗਏ ਸਾਰੇ, ਇੱਕ ਪਿੰਡ ਦੇ 2 ਨਾਂ ਰੱਖ ਦਿੱਤੇ, ਸਿਆਸਤ ਦੇ ਰੰਗ ਨਿਆਰੇ। ਮੂਸੇ ਸਿੱਧੂ ਦਾ ਹੋ ਗਿਆ ਕਤਲ ਸੁਣਿਆ, ਖਬਰ ਟੀਵੀ ਤੇ ਸੁਣੀ ਜਾਂ ਸਾਰਿਆਂ ਨੇ, ਵਿੱਚ ਮਾਨਸਾ ਸ਼ਹਿਰ ਸੀ ਸੋਗ ਪੈ ਗਿਆ, ਐਸਾ ਜ਼ੁਲਮ ਸੋ ਕੀਤਾ ਹਥਿਆਰਿਆਂ ਨੇ, ਮਾਰੇ ਗੋਲੀਆਂ ਤੁਰਤ ਫਰਾਰ ਹੋ ਗਏ, ਪਤਾ ਲੱਗਾ ਨਾ ਕਿਧਰ ਹੰਕਾਰਿਆਂ ਨੇ, ਤਾਰਾਂ ਖੜਕੀਆਂ ਵਿੱਚ ਪੰਜਾਬ ਦੇ ਸੀ, ਪਈਆਂ ਭਾਜੜਾਂ ਸਾਰੇ ਗਲਿਆਰਿਆਂ ਨੇ, ਸਿਰ ਤੇ ਪੱਥਰ ਦਾ ਨਹੀਂ ਵੇ, ਸਿਰ ਤੇ ਪੱਥਰ ਜਾ ਭਾਰੀ ਇਹ ਆਣ ਡਿੱਗਾ, ਦੋਸ਼ ਰੋਸ ਹੋਸ਼ ਵਿਗੜ ਗਈ ਮਾਂ ਤੇ ਬਾਪ ਦੀ ਐ, ਹੱਤਿਆਰਿਓ ਕਾਸ ਤੂੰ ਜ਼ੁਲਮ ਕੀਤਾ, ਤੁਹਾਡੀ ਨੀਤ ਕਿਉਂ ਫਿੱਟ ਗਈ ਜਾਪਦੀ ਐ, ਸਾਡੇ ਪੁੱਤ ਦਾ ਜਦੋਂ ਦੱਸੋ ਕਸੂਰ ਕੀ ਸੀ, ਕਾਤੋਂ ਮਾਇਆ ਮਾਰਿਆ ਸੋਚਦੇ ਆਪ ਦੀ ਐ, ਤੁਹਾਡਾ ਰਹੇ ਨਾ ਕੱਖ ਹਥਿਆਰ ਹੋਵੇ, ਤੁਹਾਡਾ ਰਹੇ ਨਾ ਕੱਖ ਹਥਿਆਰ ਹੋਵੇ, ਦੁਖੀ ਮਾਂ ਇਹ ਦਰਦ ਆਲਾਪਦੀ ਐ, ਓ ਰੱਬਾ ਮੇਰਿਆ ਨੀ ਸਾਥੋਂ ਪਾਕੀ ਪਾਪ ਹੋਇਆ, ਸਾਡੀ ਦੋਰੀ ਬੜਾਪੇ ਦੀ ਖੋਲ੍ਹੀ ਤੈਂ, ਦੱਸ ਬਣੂ ਕੀ ਬੁੱਢਿਆਂ ਮਾਪਿਆਂ ਦਾ, ਜਾਨ ਪੁੱਤ ਦੀ ਜਾਨ ਜੋ ਲੈ ਲਈ ਐ, ਕਿਸਮਤ ਦੇ ਵਿੱਚ ਲਿਖੇ ਕਿਉਂ ਹਰਫ ਮਾੜੇ, ਕਿਹੜੇ ਸਮੇਂ ਦੀ ਸਜ਼ਾ ਉਹ ਲਾਈ ਹੈ ਤੈਂ, ਇਸ ਭਾਣੇ ਨੂੰ ਮੰਨਾ ਮੈਂ ਜੇ ਕਿਸ ਜੇਰੇ ਵਾਲੀ ਸਭ ਸ਼ਕਤੀ ਨਾ ਮੱਲ ਖੋ ਲਈ ਐ, ਸਾਡੇ ਬੇੜੇ 'ਚ ਬੂਟਾ ਗੁਲਾਬ ਦਾ ਸੀ, ਮੇਰੇ ਪਿਤਾ ਨੇ ਸ਼ੌਂਕ ਸੇ ਲਾਇਆ ਸੀ, ਉਹ ਡੈਨੋ ਸਿਖਰ ਦੁਪਹਿਰੇ ਦੇ ਸਮੇਂ ਆਈ, ਸੀਨੇ ਪੱਟ ਕੇ ਪਰੇ ਚਵਾ ਲਿਆ, ਉਹ
ਅਜੇ ਮਹਿਕ ਤਾਂ ਉਸ ਦੀ ਆਵਨੀ ਸੀ ਜਿਹਨੂੰ ਪੈਰਾਂ ਦੇ ਹੇਠ ਦਬਾ ਲਿਆਓ। ਮੇਰੇ ਮਾਲਕ ਅਜੇ ਤਾਂ ਦੇਖਿਆ ਸੀ ਕੱਚੇ ਸੁਪਨ ਨੂੰ ਅਜੇ ਦਿਖਾਇਆ ਸੀ ਉਹ। ਤਾਹਾਂ ਮਾਰਦੀ ਕੋਈ ਨਾ ਪੇਸ਼ ਚੱਲੇ ਕਿਵੇਂ ਕੱਟੇਗੀ ਜ਼ਿੰਦਗੀ ਪੰਦ ਮੇਰੀ। ਉਹ ਗੁੱਡੀ ਵਿੱਚ ਅਸਮਾਨ ਦੇ ਝੂਲਦੀ ਸੀ ਕੱਟ ਦਿੱਤੀ ਵਿਚਾਲਿਓਂ ਤੰਦ ਮੇਰੀ। ਮੁੱਠੀ ਭਾਪ ਦੀ ਹੱਥ ਦੇ ਵਿੱਚ ਲੈ ਕੇ ਕਿਵੇਂ ਰਹੇਗੀ ਹੱਥ 'ਚ ਬੰਦ ਮੇਰੀ। ਲਿਖੇ ਜਾਣ ਬਰਾਗ ਦੇ ਛੰਦ ਨਹੀਂ ਕਲਮ ਰੁਕ ਗਈ ਏ ਰੂਪ ਚੰਦ ਮੇਰੀ। ਧੰਨਵਾਦ। ਪੁੱਤਰ ਜਨਮੇ ਤੇ ਪਿਤਾ ਨੂੰ ਚੜ੍ਹੇ ਖੁਸ਼ੀ। ਪੁੱਤਰ ਜਨਮੇ ਤੇ ਪਿਤਾ ਨੂੰ ਚੜ੍ਹੇ ਖੁਸ਼ੀ। ਲੱਡੂ ਵੰਡੇ ਤੇ ਨੋਟ ਲਟਾਏ ਵੀਰੋ। ਲੱਡੂ ਵੰਡੇ ਤੇ ਨੋਟ ਲਟਾਏ ਵੀਰੋ। ਪਾਲਣ ਪੋਸ਼ਣ ਚ ਨਹੀਂ ਕਸਰ ਛੱਡਦੇ। ਪਾਲਣ ਪੋਸ਼ਣ ਚ ਨਹੀਂ ਕਸਰ ਛੱਡਦੇ। ਚੰਗੇ ਤੋਂ ਚੰਗੇ ਪੋਸ਼ਾਕੇ ਪਹਿਨਾਏ ਵੀਰੋ। ਪੁੱਤਰ ਜਨਮੇ ਤੇ ਪਿਤਾ ਨੂੰ ਚੜ੍ਹੇ ਖੁਸ਼ੀ। ਪੁੱਤਰ ਜਨਮੇ ਤੇ ਪਿਤਾ ਨੂੰ ਚੜ੍ਹੇ ਖੁਸ਼ੀ। ਲੱਡੂ ਵੰਡੇ ਤੇ ਨੋਟ ਲਟਾਏ ਵੀਰੋ। ਉਂਗਲੀ ਫੜ ਕੇ ਪੁੱਤਰ ਨੂੰ ਤੁਰਨ ਲਾਏ। ਉਂਗਲੀ ਫੜ ਕੇ ਪੁੱਤਰ ਨੂੰ ਤੁਰਨ ਲਾਏ। ਹਰ ਤਰ੍ਹਾਂ ਦੇ ਲਾਡ ਲਡਾਏ ਵੀਰੋ। ਭਾਵੇਂ ਬਾਪ ਨੂੰ ਕਦੇ ਕੱਟਣੇ ਪੈਣ ਫਾਕੇ। ਭਾਵੇਂ ਬਾਪ ਨੂੰ ਕਦੇ ਕੱਟਣੇ ਪੈਣ ਫਾਕੇ। ਐ ਪਰ ਪੁੱਤਰ ਨੂੰ ਭੁੱਖਾ ਨਾ ਸਲਾਏ ਵੀਰੋ। ਐ ਪਰ ਪੁੱਤਰ ਨੂੰ ਭੁੱਖਾ ਨਾ ਸਲਾਏ ਵੀਰੋ। ਪੁੱਤਰ ਜਨਮੇ ਤੇ ਪਿਤਾ ਨੂੰ ਚੜ੍ਹੇ ਖੁਸ਼ੀ। ਲੱਡੂ ਵੱਡੇ ਤੇ ਨੋਟ ਲਟਾਏ ਵੀਰੋ। ਧੰਨਵਾਦ। ਇਸ ਨਾ ਕੋਈ ਪੈਰ ਜਵਾਨੀ ਵਿੱਚ ਤਰਿਆ ਸੀ ਕਸਰਤਾਂ ਕਰ ਕਰ ਸਿਹਤ ਬਣਾਈ। ਜਵਾਨੀ ਤੋਂ ਨਾ ਗਿਆ ਜਰਿਆ ਸੀ ਸਮਾਜ ਦੇ ਕੈਦੋਂ ਚੌਧਰੀ ਬਣ ਬੈਠੇ। ਆਖਿਰਕਾਰ ਤਾਂ ਮੈਂ ਹਰਿਆ ਸੀ ਸੱਚਾਈ ਤੁਹਾਨੂੰ ਦੱਸਣ ਵਾਸਤੇ ਇਹ ਗੀਤ ਮੈਂ ਮਨੋਂ ਕੜਿਆ ਸੀ। ਨਾ ਮੇਰੀ ਕੋਈ ਇੱਛਾ ਹੈ ਮੇਰੀ ਕੋਈ ਇੱਜ਼ਤ ਕਰੇ। ਨਾ ਮੇਰੀ ਕੋਈ ਇੱਛਾ ਹੈ ਮੇਰੀ ਕੋਈ ਸਿਫਤ ਕਰੇ। ਮੇਰੀ ਇੱਛਾ ਹੈ ਤਾਂ ਹੈ ਕਿ ਇਨਸਾਨ ਦੀ ਕਦਰ ਕਰੇ। ਨਾ ਮੇਰੀ ਕੋਈ ਇੱਛਾ ਹੈ ਮੇਰੀ ਕੋਈ ਇੱਜ਼ਤ ਕਰੇ। ਭਾਵਕਤਾ ਦੇ ਬਹਿਣਾ ਲੈ ਕੇ ਅਸੀਂ ਭਾਵਕ ਹੋਸੀ ਚੱਲੇ। ਜਿੰਨਾ ਸਾਨੂੰ ਸਮਝਿਆ ਪਰਾਇਆ ਅਸੀਂ ਉਹਨਾਂ ਦੇ ਹੋਸੀ ਚੱਲੇ। ਦਿਲ ਨੂੰ ਲੱਗੀ ਠੇਸ ਐਸੀ ਰਹੀ ਅੰਦੂਰੀ ਸਦਰ ਮੇਰੇ। ਨਾ ਮੇਰੀ ਕੋਈ ਇੱਛਾ ਹੈ ਮੇਰੀ ਕੋਈ ਇੱਜ਼ਤ ਕਰੇ। ਮੇਰੀ ਇੱਛਾ ਹੈ ਤਾਂ ਹੈ ਕਿ ਇਨਸਾਨ ਦੀ ਕਦਰ ਕਰੇ। ਦੋਸਤ ਕਹਿੰਦੇ ਜ਼ਿੰਦਗੀ ਦੇ ਬਾਗ ਦਾ ਫੁੱਲ ਹੁੰਦੇ ਹਨ। ਪਿਆਰ ਉਹਨਾਂ ਦੀ ਖੁਸ਼ਬੂ। ਪਰ ਕਈ ਵਾਰੀ ਦੋਸਤ ਇੱਦਾਂ ਦੇ ਮਿਲਦੇ ਆ ਜੇ ਮੈਨੂੰ ਮਿਲੇ ਤੇ ਉਹਨਾਂ ਤੋਂ ਵੀ ਬਚਣਾ ਜ਼ਰੂਰੀ ਹੁੰਦਾ ਹੈ। ਦੋਸਤੀ ਦੇ ਦਾਇਰੇ ਅੰਦਰ ਹਰ ਕੋਈ ਦੋਸਤ ਬਣ ਬੈਂਦਾ। ਮਦਦ ਦੋਸਤ ਦੀ ਕਰਨ ਬਜਾਏ ਦੁਸ਼ਮਣ ਨਾਲ ਉਹ ਰਲ ਬੈਂਦਾ। ਲੱਖ ਲਾਹਨਤ ਅਸੀਂ ਦੋਸਤੀ ਦੇ ਜੋ ਹਮਦਰਦੀ ਦਾ ਟੌਂਗ ਕਰੇ। ਨਾ ਮੇਰੀ ਕੋਈ ਇੱਛਾ ਹੈ ਮੇਰੀ ਕੋਈ ਇੱਜ਼ਤ ਕਰੇ। ਮੇਰੀ ਇੱਛਾ ਹੈ ਤਾਂ ਹੈ ਕਿ ਇਨਸਾਨ ਦੀ ਕਦਰ ਕਰੇ। ਇਸ ਸਮਾਜ ਦੀ ਰੀਤ ਜੋ ਬਣ ਗਈ ਕੌਣ ਇਹਦੀ ਬਦਲੀ ਕਰੇ। ਜਿਉਂਦਿਆਂ ਇੱਥੇ ਕੋਈ ਨਹੀਂ ਪੁੱਛਦਾ ਮਨ ਤੋਂ ਬਾਅਦ ਪੂਜਾ ਕਰੇ। ਮਨ ਤੋਂ ਬਾਅਦ ਪੂਜਾ ਕਰੇ। ਸੱਚਾਈ ਅੱਗੇ ਆਖਰ ਝੁਕਣਾ ਪਵੇਗਾ। ਤੁਰ ਗਏ ਨੇ ਇੱਥੋਂ ਹਿਟਲਰ ਬੜੇ। ਨਾ ਮੇਰੀ ਕੋਈ ਇੱਛਾ ਹੈ ਮੇਰੀ ਕੋਈ ਇੱਜ਼ਤ ਕਰੇ। ਵਿਅਕਤੀ ਵਿਸ਼ੇਸ਼ਣਾ ਸਮਝੋ ਮੈਨੂੰ ਕਰ ਬੈਠੋਗੇ ਪੁੱਲ ਬੜੀ। ਅਣਜਾਣ ਪੁਣੇ ਵਿੱਚ ਹੋਈ ਗਲਤੀ ਸਮਾਜ ਤੋਂ ਨਾ ਜਾਣੀ ਜਰੀ। ਸੱਚਾਈ ਅੱਗੇ ਆਖਰ ਸਮਾਜ ਤੋਂ ਨਾ ਜਾਣੀ ਜਰੀ। ਜਿੰਨਾ ਸਾਨੂੰ
ਪਾਗਲ ਸਮਝਿਆ ਅਸੀਂ ਉਹਨਾਂ ਦੀ ਹਰ ਗੱਲ ਜਰੇ। ਨਾ ਮੇਰੀ ਕੋਈ ਇੱਛਾ ਹੈ ਮੇਰੀ ਕੋਈ ਇੱਜ਼ਤ ਕਰੇ। ਚੁਗਲਖੋਰਾਂ ਨੇ ਦੁਨੀਆ ਪੱਟੀ, ਨਛੱਤਰ ਪੱਟਿਆ ਪਿਆਰਾਂ ਨੇ। ਸ਼ਿਵ ਨੂੰ ਸ਼ਿਵ ਦੇ ਗਮ ਨੇ ਪੱਟਿਆ, ਮੈਨੂੰ ਪੱਟਿਆ ਯਾਰਾਂ ਨੇ। ਉਹਨਾਂ ਸਾਡੀ ਬਾਤ ਨਾ ਪੁੱਛੀ ਜਿੰਨਾ ਪਿੱਛੇ ਅਸੀਂ ਲੜੇ। ਨਾ ਮੇਰੀ ਕੋਈ ਇੱਛਾ ਹੈ ਮੇਰੀ ਕੋਈ ਇੱਜ਼ਤ ਕਰੇ। ਮੇਰੀ ਇੱਛਾ ਹੈ ਤਾਂ ਹੈ ਕਿ ਇਨਸਾਨ ਇਨਸਾਨ ਦੀ ਕਦਰ ਕਰੇ। ਧੰਨਵਾਦ। ਮੀਟਿੰਗ ਸੀ ਤੇ ਚਲੋ ਨਾਲ ਨਾਲ ਅੱਜ ਮੇਰਾ ਜਨਮ ਦਿਨ ਇੰਨਾ ਸੋਹਣਾ, ਬੜਾ ਕਿੰਨਾ ਚੰਗਾ ਲੱਗਿਆ, ਮੈਨੂੰ ਬਹੁਤ ਅੱਛਾ ਲੱਗਿਆ। ਮੈਨੂੰ ਐਂ ਲੱਗਦਾ ਮੈਂ ਕਿੰਨੇ ਸਾਲਾਂ ਦਾ ਜੁੜਿਆ ਤੇ ਜਿਹੜੀ ਅੱਜ ਮੈਨੂੰ ਖੁਸ਼ੀ ਮਿਲੀ ਹੈ ਨਾ, ਕੀ ਬਾਤ ਹੈ। ਸਾਡੇ ਸਰਪ੍ਰਸਤ ਜਸ ਜੋਗੀਆ ਹੁਸਨ ਤੇਰੇ ਦੀਆਂ ਜਾਨ ਮੇਰੀ ਤੇ ਬਣੀਆਂ। ਇੱਕ ਬਗਲੀ ਵਿੱਚ ਨਾਗ ਨੇ ਪਾਲੇ, ਦੂਜੇ ਦੇ ਵਿੱਚ ਮਣੀਆਂ। ਹੌਂਕਾ ਬਣ ਗਈ ਜਿੰਦੜੀ ਸੱਜਣਾ ਕਿਉਂ ਜਿੱਦਾਂ ਨੇ ਠਣੀਆਂ। ਭਿੱਜਣ ਤੋਂ ਫਿਰ ਡਰ ਕਾਹਦਾ ਜਦੋਂ ਪੈਣ ਇਸ਼ਕ ਦੀਆਂ ਕਣੀਆਂ। ਫਕੀਰਾ ਅਸ਼ਕੇ ਦਿਲਾਂ ਦੇ ਆ ਮਹਿਰਮਾ, ਹੋ ਦਿਲ ਰਾਂਝਾ ਕਰੀਏ ਓਏ ਦੁੱਖ ਸਾਂਝਾ ਕਰੀਏ। ਪੈਸੇ ਨਾਲ ਖਰੀਦੀਆਂ ਖੁਸ਼ੀਆਂ ਕਦੋਂ ਰਾਸ ਨੇ ਆਈਆਂ। ਮਹਿੰਦੀ ਦਾ ਰੰਗ ਫਿੱਕਾ ਰਹਿ ਗਿਆ ਓਏ ਦਿੰਦੀਆਂ ਦਰਦ ਵਿਆਈਆਂ। ਪੈਰਾਂ ਨੂੰ ਮਲ ਬੋਰ ਖਿਲਰ ਗਏ ਝਾਂਜਰ ਟੁੱਟ ਗਈ ਕੱਚੀ। ਜਿਉਂ ਆਸ਼ਿਕ ਕੋਈ ਹੌਂਕਾ ਲੈ ਗਿਆ ਨਜ਼ਰ ਲੱਗ ਗਈ ਪੱਕੀ ਯਾਰੋ ਨਜ਼ਰ ਲੱਗ ਗਈ ਪੱਕੀ। ਫਕੀਰਾ ਅਸ਼ਕੇ ਦਿਲਾਂ ਦੇ ਆ ਮਹਿਰਮਾ, ਹੋ ਦਿਲ ਰਾਂਝਾ ਕਰੀਏ ਓਏ ਦੁੱਖ ਸਾਂਝਾ ਕਰੀਏ। ਕਿਆ ਮਲਕਾਂ ਨੂੰ ਹੁਸਨ ਬਖਸ਼ਿਆ ਚੌਂ ਪਾਸੇ ਰੁਸਨਾਈਆਂ। ਉਹ ਹੀਰੇ ਮੋਤੀ ਲੱਦੀਆਂ ਰੂਹਾਂ ਤੁਰ ਗਈਆਂ ਤਰਿਹਾਈਆਂ। ਹੀਰੇ ਮੋਤੀ ਲੱਦੀਆਂ ਰੂਹਾਂ ਤੁਰ ਗਈਆਂ ਤਰਿਹਾਈਆਂ। ਜੋਬਨ ਰੱਤੇ ਆਸ਼ਿਕ ਭੌਰੇ, ਜੋਬਨ ਰੱਤੇ ਆਸ਼ਿਕ ਭੌਰੇ। ਪਰ ਤਿਤਲੀ ਦੇ ਭਿੱਜੇ ਮੁਮਤਾਜ ਦੀਆਂ ਜੋ ਤਾਜ ਮਹਿਲ ਵਿੱਚ ਭਟਕਦੀਆਂ ਪਰਛਾਈਆਂ। ਫਕੀਰਾ ਅਸ਼ਕੇ ਦਿਲਾਂ ਦੇ ਆ ਮਹਿਰਮਾ, ਦਿਲ ਰਾਂਝਾ ਕਰੀਏ ਓਏ ਦੁੱਖ ਸਾਂਝਾ ਕਰੀਏ। ਦਿਲ ਰਾਂਝਾ ਕਰੀਏ ਓਏ ਦੁੱਖ ਸਾਂਝਾ ਕਰੀਏ।